ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਪਹੁੰਚੇ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਜੈਤੋ ਡਾਕਟਰ ਪਰਮਿੰਦਰ ਸਿੰਘ ਤੱਗੜ ਅਤੇ ਪ੍ਰੋਫੈਸਰ ਸਾਹਿਬਾਨ ਪ੍ਰੋਫੈਸਰ ਸ਼ਿਲਪਾ ਕਾਂਸਲ, ਡਾਕਟਰ ਸੁਭਾਸ਼ ਚੰਦਰ, ਡਾਕਟਰ ਸਮਰਾਟ ਖੰਨਾ, ਈਕੋ ਕਲੱਬ ਦੇ ਕਨਵੀਨਰ ਇੰਜੀਨੀਅਰ ਅਰਸ਼ਦੀਪ, रुचिका मैम, कमल मैम, मीनाक्षी मैम ते पहुंचे हुए समूह विद्यार्थियों का मैं हार्दिक स्वागत करती हूँ। जिवें कि साडे कालेज की रिवायत ही रही है कि असीं किसी भी प्रोग्राम की शुरुआत यूनिवर्सिटी धुनी दे नाल करते हैं। मेरी सबनों गुजारिश है यूनिवर्सिटी धुनी के सत्कार दे विच खड़े हो। इस प्रोग्राम की रस्मी शुरुआत तो पहले अज के प्रोग्राम की रूपरेखा तो तुहानूं सब जाणू करवाउण दे लई मैं मंच से सद्दा दित्ती है ईको क्लब के इंचार्ज अते CRESP के नोडल अफसर इंजीनियर अर्शदीप बराड़। थैंक यू सो मच दिव्या मैम। अज इतने पहुंचे हुए बहुत ही सत्कारयोग प्रिंसीपल डॉक्टर तगड़, सारे प्रोफैसर साहबान, मेरे होर साथी ते प्यारे विद्यार्थी, अज का जो सैमीनार है आप बड़ा एक सरल जिहा विषय जिहड़ा आपां नूं सारिआं नूं पता है कि आपां वातावरण नूं बचाउणा। आपां सारिआं ने बड़े सैमीनार सुने अज तक, बड़ा कुछ आपां टीवी ते अपने मोबाइल से अक्सर देखते रहने हैं, पर यह सारा कुछ सुन के आपां इंप्लीमेंट नहीं करते। तो वो चीज़ को इंप्लीमेंट करने अपने कॉलेज में भी ईको क्लब की जी स्थापना अज आप करा। डॉक्टर साहब थोड़ा रस्मी तौर पर आपको नाम भी दसेंगे, डॉक्टर तगड़ अपने प्रिंसीपल साहब। तो वो तो थोड़ा जाणू कराने आप अज ये सैमीनार रखे। तो आप थोड़ा जिहा पिछे चलते हैं, जो वातावरण को सामभण लई इंटरनेशनल लैवल पर वर्ल्ड लैवल पर सोचा एनवायरमेंटलिस्ट जिन्ने भी सी, जिन्ने भी वातावरण प्रेमी सी, तो 1972 के रामसर कन्वेंशन हुई सी ईरान के इंटरनेशनल लैवल पर। तो जिमें अज आप जुड़ के बैठे उवें इंटरनेशनल स्टूडेंट्स, इंटरनेशनल कम्यूनिटीज़ बैठिया सीगियां भी आप अपने बदलते वातावरण को किवें बचाउणा है ना, भी नैचुरल चीज़ नैचुरली रहे। तो उन्होंने रामसर कन्वेंशन रखा सी। तो 1971 तो बाद उन्होंने इंटरनेशनल लैवल तो वो चीज़ा नैशनल लैवल पर कर दी, यानी कि कंट्री लैवल पर कर दी। तो अपने कंट्री के इंडिया की गल करिए तो मिनिस्ट्री ऑफ एनवायरमेंट, फॉरेस्ट एंड क्लाइमेट चेंज
ਇਹਦੇ ਕੋਲੇ ਆ ਗਿਆ ਸਾਰਾ ਭਾਰ ਇਹਦਾ ਇੰਟਰਨੈਸ਼ਨਲ ਲੈਵਲ ਤੋਂ ਨੈਸ਼ਨਲ ਲੈਵਲ ਤੋਂ ਪੰਜਾਬ ਸਰਕਾਰ ਕੋਲੇ ਆ ਗਿਆ। ਹੁਣ ਕੋਈ ਵੀ ਪੰਜਾਬ ਸਰਕਾਰ ਜਦੋਂ ਕੋਈ ਪਾਲਿਸੀ ਇੰਪਲੀਮੈਂਟ ਕਰਦੀ ਹੈ ਤਾਂ ਉਹ ਪਾਲਿਸੀ ਨੂੰ ਘੋਖਣ ਵਾਸਤੇ ਚੰਗੀਆਂ ਮਾੜੀਆਂ ਚੀਜ਼ਾਂ ਉਹਦੀਆਂ ਪੜਚੋਲ ਕਰਨ ਵਾਸਤੇ ਉਹ ਯੂਨੀਵਰਸਿਟੀਆਂ ਤੇ ਕਾਲਜਾਂ ਵਾਸਤੇ ਤਾਂ ਇਹ ਚੀਜ਼ ਫਿਰ ਆ ਗਈ ਯੂਨੀਵਰਸਿਟੀਆਂ ਕੋਲੇ, ਯੂਨੀਵਰਸਿਟੀਆਂ ਤੋਂ ਆ ਗਈ ਆਪਣੇ ਕੋਲੇ। ਹੁਣ ਆਪਾਂ ਇਹਨੂੰ ਇੰਪਲੀਮੈਂਟ ਕੀ ਹੈ, ਐਕਚੁਅਲੀ ਇੰਪਲੀਮੈਂਟ ਕੀ ਕਰਨਾ ਹੈ। ਬੇਸਿਕਲੀ ਜਿਹੜਾ ਫਸਟ ਸਟੈਪ ਹੈ ਇਹਨਾਂ ਦਾ ਇਕੋਸਿਸਟਮ ਨੂੰ ਮੇਨਟੇਨ ਕਰਨਾ ਹੈ। ਇਕੋਸਿਸਟਮ ਬਾਰੇ ਸਾਰਿਆਂ ਨੂੰ ਪਤਾ ਹੈ ਕੀ ਚੀਜ਼ ਹੈ। ਇਕੋਸਿਸਟਮ ਦਾ ਮਤਲਬ ਹੁੰਦਾ ਹੈ ਜੀ ਵਾਤਾਵਰਣ ਜਿਹੜੀ ਵਿਵਸਥਾ, ਉਹਨੂੰ ਆਪਾਂ ਇਕੋਸਿਸਟਮ ਕਹਿੰਦੇ ਹਾਂ। ਵੀ ਆਪਣੇ ਆਲੇ ਦੁਆਲੇ ਉਹਦੇ ਫੂਡ ਚੇਨ ਵੀ ਆ ਜਾਂਦੀ ਹੈ, ਵੈਟਲੈਂਡ ਰਿਸੋਰਸਿਸ ਵੀ ਆ ਜਾਂਦੇ ਆ, ਪੋਲਿਊਸ਼ਨ ਕੰਟਰੋਲ ਵੀ ਆ ਜਾਂਦਾ, ਸੋਇਲ ਇਰੋਜਨ ਵੀ ਆ ਜਾਂਦੀ ਹੈ, ਸਾਰੇ ਤਰ੍ਹਾਂ ਦਾ ਇਕੋਸਿਸਟਮ। ਠੀਕ ਹੈ, ਇਕੋਸਿਸਟਮ ਦੇ ਵਿੱਚ ਹੁਣ ਆਪਾਂ ਅੱਜ ਮੇਨ ਕੰਸਨਟਰੇਟ ਕਰਨਾ ਹੈ ਫੂਡ ਚੇਨ ਤੇ, ਜਿਹਦੇ ਤੇ ਆਪਾਂ ਨੂੰ ਅੱਜ ਹਾਰਟੀਕਲਚਰ ਤੇ ਡਾਕਟਰ ਸਮਰਾਟ ਖੰਨਾ ਬੜਾ ਸੋਹਣਾ ਲੈਕਚਰ ਤਿਆਰ ਕਰ ਰਹੇ ਨੇ, ਸਲਾਈਡਸ ਤੇ ਉਹ ਦੇਣਗੇ। ਦੈਨ ਨੈਕਸਟ ਉਹਦੇ ਬਾਅਦ ਵੈਟਲੈਂਡਸ ਦਾ ਮਤਲਬ ਆਪਾਂ ਪੰਜਾਬ ਦੇ ਵਿੱਚ 3 ਨੈਸ਼ਨਲ ਹੈਰੀਟੇਜ ਰਾਮਸਰ ਸਾਈਟਸ ਹੈ ਜਿਹੜੀਆਂ 1971 ਕਨਵੈਨਸ਼ਨ 'ਚ ਉਹਨਾਂ ਨੇ ਕੁਝ ਸਾਈਟਸ ਸੀ ਇੰਪਲੀਮੈਂਟ ਕੀਤੀਆਂ ਵੀ ਆਹ ਸਾਈਟਸ ਹੈ ਜਿਹੜੀਆਂ ਇਹ ਨੈਸ਼ਨਲ ਸਾਈਟਸ ਹੋਣਗੀਆਂ। ਵੈਟਲੈਂਡ ਮਤਲਬ ਪਾਣੀ ਦੇ ਸਰੋਤ, ਇੱਕ ਹਰੀਕੇ ਪੱਤਨ, ਦੂਜਾ ਬਿਆਸ ਦਰਿਆ ਜਿਹੜਾ ਉੱਥੇ ਰਿਜ਼ਰਵਾਇਰ, ਤੇ ਤੀਜਾ ਕਾਂਜਲੀ ਰਿਜ਼ਰਵਾਇਰ। ਇਹ ਹੁਣ 2019 ਦੇ ਵਿੱਚ ਹੋਣੀ ਹੋਏ ਰਾਮਸਰ ਸਾਈਟ ਬਣੀ ਕਪੂਰਥਲਾ। ਤਾਂ ਇਹ 3 ਨੇ। ਤਾਂ ਜੇ ਇਹਨਾਂ ਤਿੰਨਾਂ ਦੀ ਆਪਾਂ ਜੋੜ ਦਿੱਤਾ ਤਾਂ ਆਪਣੇ ਪਿੰਡਾਂ 'ਚ ਜਿਹੜੇ ਵੈਟਲੈਂਡ ਆ ਉਹਨਾਂ ਦਾ ਕੀ ਬਣੂਗਾ। ਐਕਚੁਅਲੀ ਪੰਜਾਬ ਦੇ ਵੈਟਲੈਂਡ ਉੱਥੇ ਹੈ। ਕਿਹੜੇ ਵੈਟਲੈਂਡ ਆਪਣੇ ਪਿੰਡਾਂ 'ਚ ਜਿਹੜੇ ਟੋਭੇ ਬਣੇ, ਗੁਰਦੁਆਰਾ ਸਾਹਿਬ 'ਚ ਕਿਸੇ ਮੰਦਿਰ, ਮਸਜਿਦ, ਸਰੋਵਰ ਬਣਿਆ ਹੋਇਆ, ਤਾਂ ਜੇ ਉਹਨਾਂ ਨੂੰ ਕਲੈਕਟਿਵ ਕਰੀਏ ਆਪਾਂ ਤਾਂ ਇੱਕ ਬਹੁਤ ਵੱਡਾ ਰਿਜ਼ਰਵਾਇਰ ਬਣਦਾ। ਪੰਜਾਬ ਦੇ ਵਿੱਚ 13 ਤੋਂ 14,000 ਪਿੰਡ ਹੈ ਸ਼ਾਇਦ, ਤਾਂ ਉਹਨਾਂ ਪਿੰਡਾਂ 'ਚ ਇੱਕ ਪਿੰਡ 'ਚ ਇੱਕ ਵੀ ਆਪਾਂ ਟੋਭਾ ਲਾਈਏ ਤਾਂ ਉਹਦਾ ਏਰੀਆ 14,000 ਮਲਟੀਪਲਾਈ ਕਰੇ ਤਾਂ ਕਿੰਨਾ ਵੱਡਾ ਵੈਟਲੈਂਡ ਹੈ। ਤਾਂ ਇਹਨੂੰ ਰਿਜ਼ਰਵ ਕਰਨਾ, ਆਪਾਂ ਇਹਨੂੰ ਮੇਨਟੇਨ ਕਰਨਾ। ਉਸ ਲਈ ਆਪਾਂ ਅੱਜ ਸਾਰੇ ਇਕੱਠੇ ਹੋਏ ਕਿ ਜਿੱਥੇ ਵੀ ਵੈਟਲੈਂਡ ਹੈ ਜਿਵੇਂ ਉਹ ਬਣਾਇਆ ਗਿਆ ਸੀ ਜਿਹਦੇ ਲਈ, ਉਹਨੂੰ ਉਸ ਕੰਮ ਲਈ ਵਰਤੀਏ, ਨਾ ਕਿ ਉਹ ਜਿਵੇਂ ਅੱਜ ਆਪਾਂ ਘਰਾਂ ਦਾ ਵੇਸਟੇਜ ਦਾ ਪਾਣੀ ਵੀ ਵਿੱਚ ਜਾਂਦਾ ਸਾਰੇ ਕਿਤੇ ਉਸ ਲਈ। ਤਾਂ ਉਹਦੇ ਲਈ ਇਹ ਸਾਰਾ ਸੈਟਿੰਗ ਹੈ। ਸੋ ਜੇ ਕਿਸੇ ਨੂੰ ਕਦੇ ਵੀ ਕੋਈ ਵੀ ਡਾਊਟ ਹੋ ਗਿਆ ਤਾਂ ਪਲੀਜ਼ ਵਿੱਚੋਂ ਵੀ ਖੜਾ ਹੋ ਕੇ ਸੈਮੀਨਾਰ ਦੇ ਪੁੱਛ ਸਕਦੇ ਕਿ ਸਰ ਮੈਨੂੰ ਆਹ ਗੱਲ ਸਮਝ ਨਹੀਂ ਆਈ ਜਦੋਂ ਆਪਣੇ ਲੈਕਚਰ ਸਰ ਡਿਲੀਵਰ ਕਰਨਗੇ ਜਾਂ ਮੇਰੇ ਤੋਂ ਜਾਂ ਬਾਅਦ। ਤਾਂ ਮੇਰੇ ਸਾਹਮਣੇ ਸਰ ਕਲੀਅਰ ਹੋ ਗਿਆ ਹੋਣਾ ਅੱਜ ਦਾ ਜੋ ਆਪਣਾ ਮੁੱਖ ਵਿਸ਼ਾ। ਕੱਲਾ ਆਪਾਂ ਸਲਾਈਡਸ ਤਾਂ ਦੇਖਾਂਗੇ, ਇਹ ਤੁਹਾਨੂੰ ਥਿਊਰੀ ਸਮਝ ਆਊ, ਪਰ ਐਕਚੁਅਲੀ ਆਪਾਂ ਇੰਪਲੀਮੈਂਟ ਕਰਾਂਗੇ ਇਹ ਗੱਲ 5-5 7-7 ਦੇ ਕਲੱਬ ਗਰੁੱਪ ਬਣਾ ਕੇ ਸਭ। ਠੀਕ ਹੈ, ਇੱਕ ਆਪਣੇ ਕਾਲਜ ਦਾ ਬਣੂਗਾ ਕਲੱਬ, ਉਸ ਤੋਂ ਬਾਅਦ ਹਰੇਕ ਕਲਾਸ 'ਚ 2 ਕਲੱਬ ਹੋਣਗੇ, 5-5 ਜਾਂ 6 ਜਣਾਂ ਦੇ। ਉਹਦੇ 'ਚੋਂ ਇੱਕ ਬੱਚਾ ਇੰਚਾਰਜ ਹੋਊਗਾ, ਉਹ ਪਿੰਡਾਂ 'ਚ ਜਾ ਕੇ ਦੱਸੂਗਾ ਪੰਚਾਇਤਾਂ ਨੂੰ ਐਕਚੁਅਲੀ ਐਂ ਕੰਮ ਕਰਨਾ, ਜਾਂ ਸ਼ਹਿਰਾਂ ਦੇ ਵਿੱਚ ਮਿਊਨਿਸਪਲ ਕਮੇਟੀ ਕੋਲੇ ਜਾ ਕੇ ਉਹ ਦੱਸੂਗਾ ਵੀ ਆਹ ਰਿਜ਼ਰਵਾਇਰ ਹੈ ਤੇ ਇਹਨੂੰ ਪਲੀਜ਼ ਤੁਸੀਂ ਮੇਨਟੇਨ ਕਰੋ। ਅਸੀਂ ਵੀ ਹੈਲਪ ਕਰਦੇ ਹਾਂ, ਉਹਨਾਂ ਨੂੰ ਜਾਣੂ ਕਰਾਵਾਂਗੇ ਆਪਾਂ ਜਿਹਨਾਂ ਨੂੰ ਇਹ ਗੱਲਾਂ ਨਹੀਂ ਪਤਾ। ਸੋ ਥੈਂਕ ਯੂ ਵੈਰੀ ਮਚ। ਕੁਝ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਕੁਝ ਚੁਣਿੰਦਾ ਬੁਲਾਰਿਆਂ ਤੋਂ ਬਾਅਦ ਖੁੱਲ੍ਹਾ ਸੱਦਾ ਸਭ ਦੇ ਲਈ ਹੈ। ਅਗਰ ਕੋਈ ਵਿਦਿਆਰਥੀ ਜਾਂ ਅਧਿਆਪਕ ਸਹਿਬਾਨ ਦੇ ਵਿੱਚੋਂ ਕੋਈ ਵੀ ਆਪਣੇ ਵਿਚਾਰ ਅੱਜ ਦੇ ਇਸ ਜੋ ਵਿਚਾਰ ਚਰਚਾ ਦਾ ਵਿਸ਼ਾ ਹੈ ਇਕੋਸਿਸਟਮ ਕੰਜ਼ਰਵੇਸ਼ਨ, ਇਹਦੇ ਉੱਪਰ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਡਾਇਸ ਤੇ ਇਨਵਾਈਟਡ ਹੈ। ਤੇ ਵਿਦਿਆਰਥੀ ਮੈਨੂੰ ਆਪਣੇ ਨੇਮ ਜਿਹੜੇ ਆ ਉਹ ਲਿਖਵਾ ਦੇਣ। ਅਗਰ ਕੋਈ ਵੀ ਵਿਦਿਆਰਥੀ ਦੇ ਮਨ 'ਚ ਕੋਈ ਵੀ ਗੱਲ ਆਉਂਦੀ ਹੈ ਜੋ ਤੁਸੀਂ ਇੱਥੇ ਸਟੇਜ ਤੇ ਕਹਿਣਾ ਚਾਹੁੰਦੇ ਹੋ। ਸਭ ਤੋਂ ਪਹਿਲੇ BSc ਐਗਰੀਕਲਚਰ ਦੇ ਵਿਦਿਆਰਥੀ ਨੇ ਸੰਦੀਪ ਕੁਮਾਰ। ਇਹ ਆਪਣੇ ਵਿਚਾਰ ਅੱਜ ਦੇ ਇਸ ਵਿਚਾਰ ਚਰਚਾ ਦਾ ਜੋ ਮੁੱਖ ਵਿਸ਼ਾ ਹੈ ਉਸ ਬਾਰੇ ਕੁਝ ਲਫ਼ਜ਼ ਜਿਹੜੇ ਹੈ ਉਹ ਕਹਿਣਾ ਚਾਹੁੰਦੇ। Living parts are like plants, other animals and organisms, and abiotic parts are like rocks, temperature and chemicals. Every factor in the ecosystem depends upon every
animal depend upon the plants for the food and the shelter, and so change in the plants will adversely affect the animals. So this change will be disrupted by the change in the ecosystem. Ecosystem can be very large or very small. Tiny pools, ponds are tiny ecosystems that are often seen in many ways. Humans have been impacting the ecosystem from the rest. First, by creating the pollution. Human is creating pollution through the umpteen ways. Smoke of industries, vehicle, use of dangerous chemicals, or from the energy sources, all are brutally damaging the ecosystem. And the creator of this is human being. By pollution, the climate is changing every year. The duration of the season on the earth is completely changing due to the pollution, which have a very bad impact on the plants, animals, and the birds and biodiversity of the earth. The burning of the fossil fuels has led to the large amount of greenhouse gases like CO2, methane in atmosphere. High concentration of the greenhouse gases trap more heat in the biosphere and result in the global warming. Human may destroy natural landscape as they mine resources and urban area. Human is cutting trees on the vast lands to do agriculture and to live. Because of this, natural living places of animals are just at the stake of the tree, and animals and birds are getting extinct. Human influences have caused significant change in the functions and the quality of the wetlands. These changes have resulted from the alteration of the physical, chemical, and biological component of the wetland ecosystem. Widespread land development and clearing of that land have caused increased erosion in the upland areas. Other human activities which can be lasting effect on wetland ecosystem include dam construction, discharge of industrial waste in the water. Deforestation has changed the ecosystem completely. The soil erosion is increased due to lack of the trees. Loss of biodiversity is at the peak as whole species of the living things disappear due to deforestation. Human health is just verging on the huge destruction because of change in the air in which we are breathing. The harmful gases are getting mixed in the air every second on the earth. When we inhale these air full of the destructive gases, it damages the body cells and result in the diseases that was not even existed on the earth ever before and that cannot be cured. Many lung diseases, skin diseases are costing human his life that is created by his own. If human does not take the strong measures on the control of the destruction of the ecosystem, the earth will not exist anymore. This must be halted at any way. Prevent and protect is better than the repent and repair. Thank you. थैंक यू सो मच संदीप। ਹੁਣ मैं मंच से सद्दा दिंदी है एक विजुअल प्रेजेंटेशन ਦੇ ਲਈ डॉक्टर सम्राट खन्ना ਨੂੰ। Respected Principal Sir, dear colleagues and very dear students. At this juncture of discussing ecosystem, greenhouse terminology, greenhouse physics, and green earth, I would just be extending my talk with the visualization of what exactly is ecosystem, what exactly is ecology, and how the ecosystem works. ਜੇ ਮੈਂ ਸਧਾਰਨ ਪੰਜਾਬੀ ਸ਼ਬਦਾਂ 'ਚ ਕਰਾਂ ਤੇ ਮੈਂ ਤੁਹਾਨੂੰ ਜਾਣੂ ਕਰਵਾਵਾਂਗਾ ਇਕੋਲੋਜੀ, ਇਕੋਲੋਜਿਸਟ, ਇਕੋਸਿਸਟਮ, ਫੂਡ ਚੇਨ, ਮਿਨਰਲ ਸਾਈਕਲ, ਸੋਲਰ એનર્ਜੀ ਫਲੋ, ਰਿਸਟੋਰੇਸ਼ਨ ਤੇ ਡੀਗ੍ਰੇਡੇਸ਼ਨ ਆਫ ਇਕੋਸਿਸਟਮ। ਆ ਸਾਰੀਆਂ ਗੱਲਾਂ ਦੇ ਫੰਡਾਮੈਂਟਲ ਤੌਰ ਤੇ ਆਪਾਂ ਸਾਰੇ ਸਕੈਲੇਟਲ ਸਟਰਕਚਰ ਪੜਾਂਗੇ। ਸੋ ਆਈ ਵਿਲ ਬੀ ਫੋਲੋਇੰਗ ਦ ਫਸਟ ਸਲਾਈਡ। पहली स्लाइड है रिस्टोरेशन ऑफ इकोसिस्टम, अ नीड ऑफ द आवर। यस, ऑफ कोर्स इट इज द नीड ऑफ द आवर। पहली स्लाइड पे बच्चों तुसी देख सकते हो इकोलॉजी इज द स्टडी ऑफ ऑर्गेनिजम्स एंड हाउ दे इंटरैक्ट विद एनवायरनमेंट। देखो बेटे यह एक इंटरैक्टिव मोड है। जे अज आप गल करिए परिवार इन्वायरमेंट की, सो आप देखते हैं एक इंटरैक्टिव एबिलिटी है कि जिस तरह आप आज जिंदे जागते बैठे हाँ
ਇਸ ਲੈਕਚਰ ਨੂੰ ਸੁਣ ਰਹੇ ਆ, ਸ਼ਾਇਦ ਆਉਣ ਵਾਲੇ ਸਮੇਂ 'ਚ ਜੇ ਆਪਾਂ ਪਰਿਆਵਰਨ ਨੂੰ ਨਹੀਂ ਬਚਾਇਆ, ਇਨਵਾਇਰਨਮੈਂਟ ਨੂੰ ਨਹੀਂ ਬਚਾਇਆ, ਇਕੋਲੋਜੀਕਲ ਹੈਬਿਟੈਟ ਦੀ ਕੇਅਰ ਨਹੀਂ ਕੀਤੀ ਤੇ ਆਪਾਂ ਆ ਸੁਣਨ ਵਾਸਤੇ ਵੀ ਨਹੀਂ ਹੋਵਾਂਗੇ। So it is an alarming thing which we have to learn. So the first line says that it is an interactive mode where the environment and the organisms are directly related. ਤੇ ਇਹਦੀ ਸਟੱਡੀ ਕੌਣ ਕਰਦਾ ਹੈ? ਇੱਕ ਇਕੋਲੋਜਿਸਟ ਕਰਦਾ ਹੈ। ਇਕੋਲੋਜਿਸਟ ਕੌਣ ਹੈ? ਤੁਹਾਡੇ ਮੇਰੇ ਵਰਗਾ ਜੋ ਖੇਤਾਂ 'ਚ ਕੰਮ ਕਰਦਾ ਹੈ, ਜੋ ਆਪਣੇ ਖੇਤ ਦੀ ਸਾਂਭ ਸੰਭਾਲ ਕਰਦਾ ਹੈ, ਉਹ ਵੀ ਇਕੋਲੋਜਿਸਟ ਹੈ। ਜੋ ਜ਼ਮੀਨ ਕਿੰਨੀ ਉਪਜਾਊ ਹੈ, ਕਿੰਨੀ ਉਪਜਾਊ ਹੋ ਸਕਦੀ ਹੈ, ਕਿੰਨੀ ਖਰਾਬ ਹੋ ਗਈ, ਕਿੰਨਾ ਉਹਨੂੰ ਦਰੁਸਤ ਕਰ ਸਕਦੇ ਹਾਂ, ਆ ਸਾਰੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਦਾ ਹੈ, ਉਹ ਇਕੋਲੋਜਿਸਟ ਹੈ। ਕੋਈ ਡਿਗਰੀ ਲੈਣ ਨਾਲ, ਲੇਬਲ ਲੱਗਣ ਨਾਲ ਜਾਂ ਫਿਰ ਇੱਕ ਪੜ੍ਹਾਈ ਕਰਨ ਨਾਲ ਇਕੋਲੋਜਿਸਟ ਨਹੀਂ ਬਣ ਜਾਂਦਾ। ਇੱਕ ਸਿੰਪਲ ਜਾਂ ਸਧਾਰਨ ਜਿਹਾ ਕਿਸਾਨ ਜੋ ਸਮਝਦਾ ਹੈ ਕਿ ਵੈਦਰ ਦੇ ਅਕੋਰਡਿੰਗ, ਸਮੇਂ ਦੇ ਅਕੋਰਡਿੰਗ ਜਿਹੜਾ ਮੌਸਮ ਹੈ ਉਹਦੇ ਹਿਸਾਬ ਨਾਲ ਕਿਹੜੀ ਫਸਲ ਬੀਜਣੀ ਹੈ, ਕਿਵੇਂ ਆਪਣੀ ਜ਼ਮੀਨ ਨੂੰ ਬਚਾਉਣਾ ਹੈ, ਅਗਲੇ ਆਉਣ ਵਾਲੇ ਕਈ ਦਹਾਕਿਆਂ ਤੱਕ, ਕਈ ਜਨਰੇਸ਼ਨ ਤੱਕ ਅਸਾ ਰੋਲ ਕਿਹਦਾ ਹੈ? ਇਕੋਲੋਜਿਸਟ। ਸੋ ਦਿਸ ਇਜ਼ ਦਾ ਫਸਟ ਸਲਾਈਡ where we have to learn what is ecology and who is an ecologist। ਜਿਹੜੀ ਦੂਸਰੀ ਸਲਾਈਡ ਹੈ ਉਹਦੇ 'ਚ ਆਪਾਂ ਪੜਾਂਗੇ ਕਿ ਈਕੋਸਿਸਟਮ ਕੀ ਹੈ। ਹੁਣ ਅੱਜ ਤੱਕ ਆਪਾਂ ਅਖਬਾਰਾਂ 'ਚ, ਰਸਾਲਿਆਂ 'ਚ, ਕਿਤਾਬਾਂ 'ਚ ਜਾਂ ਫਿਰ ਜੋ ਸਾਨੂੰ ਇੱਕ ਪੇਪਰ ਪੜਾਇਆ ਜਾਂਦਾ ਹੈ এনवायरमेंट ਦਾ, ਉਹਦੇ 'ਚ ਰੱਟਾ ਮਾਰ ਕੇ ਚੀਜ਼ ਸਮਝ ਲਈ, ਲੇਕਿਨ ਇਹਨੂੰ ਲਾਈਫ ਨਾਲ, ਰਿਐਲਿਟੀ ਨਾਲ ਰਿਲੇਟ ਨਹੀਂ ਕੀਤਾ। ਅਗਲੀ ਸਲਾਈਡ ਕੀ ਕਹਿੰਦੀ ਹੈ? ਵਟ ਇਜ਼ ਐਨ ਈਕੋਸਿਸਟਮ। ਜਿਸ ਤਰ੍ਹਾਂ ਆ ਇੱਕ ਬੱਚੇ ਨੇ ਤੁਹਾਡੇ ਸਾਹਮਣੇ ਗੱਲ ਰੱਖੀ ਸੀ ਕਿ ਅ ਜਿਓਗ੍ਰਾਫਿਕਲ ਹੈਬਿਟੈਟ, ਜਿਓਗ੍ਰਾਫਿਕਲ ਏਰੀਆ। ਉਸ ਜਿਓਗ੍ਰਾਫਿਕਲ ਏਰੀਆ 'ਚ ਕੀ ਹੈ? ਪਲਾਂਟਸ, ਐਨੀਮਲਸ, ਆਰਗੈਨਿਜ਼ਮਸ, ਇਹ ਬਾਇਓਟਿਕ ਵੀ ਹੈ, ਬਾਇਓਟਿਕ ਵੀ ਹੈ, ਸਾਰਿਆਂ ਦਾ ਸਮਾਵੇਸ਼, ਸਾਰਿਆਂ ਦੀ ਇੰਟਰ ਰਿਲੇਟਿਡਨੈਸ। ਸੋ ਆਲ ਇਨ interactive mode and all together when they try to mutually help each other, so that mutual help of symbiotic association where one organism is helping another, this is called ecosystem। ecosystem ਇੰਨਾ ਕੁ ਜ਼ਿਆਦਾ ਜ਼ਰੂਰੀ ਹੈ। ਅਸੀਂ ਦੁੱਧ ਖਰੀਦਣ ਜਾਂਦੇ ਹਾਂ, ਦੁੱਧ ਦਾ ਸੇਵਨ ਕਰਦੇ ਹਾਂ, ਮੀਟ ਖਾਂਦੇ ਹਾਂ, ਅੰਡੇ ਖਾਂਦੇ ਹਾਂ, ਆ ਸਾਰੀਆਂ ਚੀਜ਼ਾਂ ਕੀ ਹੈ? ਅਸੀਂ ਈਕੋਸਿਸਟਮ ਦਾ ਹਿੱਸਾ ਬਣ ਰਹੇ ਹਾਂ। ਹੁਣ ਆਮ ਤੌਰ ਤੇ ਜੇ ਮੈਂ ਗੱਲ ਕਰਾਂ, ਇੱਕ ਬੱਚਾ ਸੋਚੇਗਾ ਜੀ ਮੈਂ ਤੇ ਵੈਜੀਟੇਰੀਅਨ ਹਾਂ, ਤੁਸੀਂ ਇਹ ਗੱਲ ਮੇਰੇ ਸਾਹਮਣੇ ਕਿਉਂ ਰੱਖਦੇ ਹੋ? ਲੇਕਿਨ ਇੱਕ ਨਾਰਮਲ ਐਨੀਮਲ ਜੇ ਐਗਸ ਨਹੀਂ ਡਿਲੀਵਰ ਕਰੇਗਾ, ਐਗਸ ਨਹੀਂ ਹੈਚ ਕਰੇਗਾ, ਤੇ ਸ਼ਾਇਦ ਉਹਦਾ ਵੀ ਅੰਤ ਹੋ ਜਾਏਗਾ। ਇੱਕ ਬਾਇਓਲੋਜੀਕਲ ਪ੍ਰੋਸੈਸ ਹੈ, ਉਹਦਾ ਅੰਡੇ ਦੇਣਾ ਵੀ ਬਾਇਓਲੋਜੀਕਲ ਪ੍ਰੋਸੈਸ ਹੈ, ਗਾਂ ਦਾ, ਮੱਝ ਦਾ ਜੋ ਦੁੱਧ ਦੇਣਾ ਵੀ ਬਾਇਓਲੋਜੀਕਲ ਪ੍ਰੋਸੈਸ ਹੈ, ਸਾਡਾ ਕੰਜ਼ਿਊਮ ਕਰਨਾ ਵੀ ਇੱਕ ਬਾਇਓਲੋਜੀਕਲ ਪ੍ਰੋਸੈਸ ਹੈ। ਸੋ ਇਹ ਇੱਕ ਚੇਨ ਬਣਦੀ ਹੈ, ਇੱਕ ਸਾਈਕਲ ਬਣਦਾ ਹੈ ਜਿਹਦੇ 'ਚ એનર્ਜੀ ਫਲੋ ਕਰਦੀ ਹੈ ਫਰੋਮ ਵਨ ਐਂਟੀਟੀ, ਵਨ ਇੰਡੀਵਿਜੂਅਲ, ਵਨ ਆਰਗੈਨਿਜ਼ਮ ਟੂ ਅਨਦਰ, ਵਨ ਆਰਗਨ ਸਿਸਟਮ ਟੂ ਅਨਦਰ ਆਰਗਨ ਸਿਸਟਮ, ਵਨ ਕਮਿਊਨਿਟੀ ਟੂ ਅਨਦਰ ਕਮਿਊਨਿਟੀ। ਇਸ ਚੇਨ ਦੇ ਅੰਤਰਗਤ ਅਸੀਂ ਅੱਜ ਬੈਠੇ ਹਾਂ, ਜਿੰਦੇ ਹਾਂ, ਜਾਗਦੇ ਹਾਂ। ਸੋ ਆਹ ਗੱਲ ਬਹੁਤ ਜ਼ਰੂਰੀ ਹੈ ਸਮਝਣੀ। ਈਕੋਸਿਸਟਮ ਕੰਟੇਨਸ ਬਾਇਓਟਿਕ ਐਜ਼ ਆਈ ਸੈਡ ਐਂਡ ਏਬਾਇਓਟਿਕ ਬੋਥ। ਨਾਓ ਵਾਟ ਇਜ਼ ਅ ਫੂਡ ਚੇਨ? ਆਮ ਤੌਰ ਤੇ ਕਿਹਾ ਜਾਂਦਾ ਹੈ, ਫਿਰ ਤੁਸੀਂ ਮੈਂ ਉਹੀ ਗੱਲ ਕਹਾਂਗਾ ਕਿ ਜੀ ਡਰਗ ਅਬਿਊਜ਼ ਦਾ ਪੇਪਰ ਪੜ੍ਹ ਲਿਆ, এনवायरमेंट ਦਾ ਪੜ੍ਹ ਲਿਆ, ਤੁਹਾਡੇ ਟੀਚਰਸ ਨੇ ਬਖੂਬੀ ਪੜ੍ਹਾ ਵੀ ਦਿੱਤਾ, ਬਟ ਜਦ ਅਸੀਂ ਉਹਨੂੰ ਪੇਪਰ 'ਚ ਅਟੈਂਪਟ ਕਰਨ ਲੱਗੇ, ਅਸੀਂ ਫਿਰ ਗੱਲ ਪੁੱਛਦੇ ਹਾਂ ਕਿ ਕਿਹੜੇ 5 ਸਵਾਲ ਹੈ ਜੋ ਮੈਂ ਜ਼ਰੂਰੀ ਪੜ੍ਹਨਾ। ਲੇਕਿਨ ਜੋ ਵਿਸ਼ਾ ਤੁਹਾਡੇ ਸਿਲੇਬਸ ਵਿੱਚ ਐਡ ਕੀਤਾ ਗਿਆ, whatever has added into your curriculum, there is a meaningful assertion into it that ਯੂਨੀਵਰਸਿਟੀ ਚਾਹੁੰਦੀ ਹੈ ਕਿ ਤੁਸੀਂ ਪਰਿਆਵਰਨ, এনवायरमेंट ਦੇ ਨਾਲ ਚੰਗੀ ਤਰ੍ਹਾਂ ਜਾਣੋ, ਉਹਦੀ ਸਾਂਭ ਸੰਭਾਲ ਕਰ ਸਕੋ, ਤਾਂ ਉਹ ਤੁਹਾਨੂੰ ਵਿਸ਼ਾ ਪੜ੍ਹਾਉਂਦੇ ਹੈ। ਸਿਰਫ ਪੇਪਰ ਪਾਸ ਕਰਨਾ, ਕ੍ਰੈਡਿਟਸ ਲੈਣਾ ਹੀ ਤੁਹਾਡੀ ਜ਼ਿੰਮੇਵਾਰੀ ਨਹੀਂ। ਸੋ ਵਾਟ ਇਜ਼ ਅ ਫੂਡ ਚੇਨ? ਇਟਸ ਅ ਫਲੋ ਆਫ એનર્ਜੀ। ਫਲੋ ਆਫ એનર્ਜੀ ਕੀ ਹੈ? ਸੂਰਜ ਦੀ ਰੋਸ਼ਨੀ ਪਈ ਫਲ ਪੌਦਿਆਂ ਤੇ ਉਹ ਫਲ ਪੌਦੇ ਜੋ ਹੈ ਅਸੀਂ ਕੰਜ਼ਿਊਮ ਕੀਤੇ, એનર્ਜੀ ਦਾ ਟ੍ਰਾਂਸਫਰ ਹੋ ਗਿਆ। ਐਨੀਮਲਸ ਨੇ ਕੰਜ਼ਿਊਮ ਕੀਤੇ, એનર્ਜੀ ਦਾ ਟ੍ਰਾਂਸਫਰ ਹੋ ਗਿਆ। ਅਸੀਂ ਅੱਗੇ ਜਾ ਕੇ ਐਨੀਮਲਸ ਦੇ ਬਾਈ ਪ੍ਰੋਡਕਟ, ਐਨੀਮਲ ਦੇ ਪ੍ਰੋਡਕਟਸ ਕੰਜ਼ਿਊਮ ਕੀਤੇ, ਜਾਂ ਫਿਰ ਜੋ ਨਾਨ ਵੈਜੀਟੇਰੀਅਨ ਡਾਈਟ ਖਾਂਦੇ ਆ, ਜੋ ਕਾਰਨੀਵੋਰਸ ਹੈ, ਉਹਨਾਂ ਨੇ ਐਨੀਮਲਸ ਨੂੰ ਕੰਜ਼ਿਊਮ ਕਰ ਲਿਆ। એનર્ਜੀ ਹੈਜ਼ ਟੇਕਨ ਅ ਨਿਊ ਐਂਟੀਟੀ, ਉਹ ਇੱਕ ਨਵੀਂ ਐਂਟੀਟੀ ਦੇ ਵਿੱਚ ਆ ਗਈ। ਉਹ ਐਂਟੀਟੀ ਦੇ ਵਿੱਚ ਆ ਕੇ એનર્ਜੀ ਫਲੋ ਚੱਲਦਾ ਰਿਹਾ। ਸੋ ਇਸ ਤਰ੍ਹਾਂ ਫੂਡ ਚੇਨ ਟਰੈਵਲ ਕਰਦੀ ਹੈ। ਲਾਈਕ ਗ੍ਰਾਸ ਈਟਰ, ਹਰਬੀਵੋਰਸ, ਗ੍ਰਾਸ ਹੌਪਰ ਜੋ ਹੈ ਪ੍ਰਾਇਮਰੀ ਕੰਜ਼ਿਊਮਰ ਹੈਗੇ ਹੈ, ਜਿਹੜੇ ਛੋਟੇ ਮੋਟੇ ਕੀੜੇ ਮਕੌੜੇ ਜਿਹੜੇ ਹੈ ਉਹ ਛੋਟੇ ਪੱਤਿਆਂ ਤੇ, ਹਰੇ ਫੁੱਲਾਂ ਤੇ, ਹਰੀ ਸਬਜ਼ੀਆਂ ਤੇ, ਇਸ ਚੀਜ਼ ਤੇ ਨਿਰਭਰ ਹੁੰਦੇ ਹੈ। ਜਦ ਅਸੀਂ ਉਹਨਾਂ ਨੂੰ ਕੰਜ਼ਿਊਮ ਕਰਦੇ ਹਾਂ, ਜਾਂ ਜੋ ਸੈਕੰਡਰੀ ਕੰਜ਼ਿਊਮਰ ਹੁੰਦਾ ਹੈ
ਜੋ ਐਨੀਮਲਸ ਉਹਨਾਂ ਨੂੰ ਕੰਜ਼ਿਊਮ ਕਰਦੇ ਆ, ਇਸ ਤਰ੍ਹਾਂ ਫੂਡ ਚੇਨ ਦੇ ਵਿੱਚ એનર્ਜੀ ਫਲੋ ਹੁੰਦੀ ਰਹਿੰਦੀ ਹੈ। ਫਿਰ ਉਹਨਾਂ ਤੋਂ ਵੱਡੇ ਜਿਹੜੇ ਐਨੀਮਲਸ ਹੈ ਉਹ ਛੋਟੇ ਐਨੀਮਲਸ ਨੂੰ ਕੰਜ਼ਿਊਮ ਕਰਦੇ ਆ, ਤੇ ਇਸ ਤਰ੍ਹਾਂ ਜਾ ਕੇ ਉਸ ਤੋਂ ਵੱਡਾ ਐਨੀਮਲ ਉਹਨੂੰ ਕੰਜ਼ਿਊਮ ਕਰਦਾ ਹੈ। ਫਿਰ ਫਾਈਨਲੀ ਜਦ ਇੱਕ ਐਨੀਮਲ ਮਰ ਜਾਂਦਾ ਹੈ, ਹਿਊਮਨ ਬੀਇੰਗ ਮਰ ਜਾਂਦਾ ਹੈ, ਪਲਾਂਟ ਖਤਮ ਹੋ ਜਾਂਦਾ ਹੈ, ਡੈਡ ਡਿਕੇ, ਉਹ ਮਿੱਟੀ 'ਚ ਰੁਲ ਜਾਂਦਾ ਹੈ। ਉਹ ਮਿੱਟੀ 'ਚ ਰੁਲਦਾ ਹੋਇਆ ਖਾਦ ਮੈਨਿਓਰ 'ਚ ਕਨਵਰਟ ਹੋ ਜਾਂਦਾ, ਕਿਹਦੀ ਮਦਦ ਨਾਲ? ਡੀਕੰਪੋਜ਼ਰ ਦੀ ਮਦਦ ਨਾਲ। ਉਹ ਖਾਦ ਫਿਰ ਕਿਹਦੇ ਕੰਮ ਆਉਂਦੀ ਹੈ? ਗ੍ਰਾਸ ਉਗਾਉਣ ਦੇ, ਐਗਰੀਕਲਚਰ ਦੇ, ਹਾਰਟੀਕਲਚਰ ਦੇ ਕੰਮ ਆਉਂਦੀ ਹੈ। ਸੋ ਇਸ ਤਰ੍ਹਾਂ ਇੱਕ ਚੇਨ ਬਣਦੀ ਹੈ। ਆ ਚੇਨ ਨਹੀਂ ਟੁੱਟੇਗੀ, ਕਦੋਂ ਤੱਕ ਨਹੀਂ ਟੁੱਟੇਗੀ? ਜਦ ਤੱਕ ਅਸੀਂ ਜਾਗਰੂਕ, ਜਦ ਤੱਕ ਅਸੀਂ ਅਵੇਅਰ ਹਾਂ ਕਿ এনवायरमेंट ਦੀ ਆਪਾਂ ਚੇਨ ਨੂੰ ਕਿਸ ਤਰ੍ਹਾਂ ਅੱਗੇ ਰੱਖਣਾ। The moment we stop helping the environment, ਅਸੀਂ ਸਟੈਗਨੈਂਸੀ ਲੈ ਆਵਾਂਗੇ, ਅਸੀਂ এনवायरमेंट ਨੂੰ ਬਰੀਥ ਕਰਨ ਤੋਂ ਰੋਕਾਂਗੇ, ਸਾਹ ਲੈਣ ਤੋਂ ਰੋਕਾਂਗੇ, ਤੇ ਅਖੀਰ ਤੇ ਅੰਤ ਕੀ ਹੋਏਗਾ? ਸਾਡੇ ਆਪਣੇ ਵਾਸਤੇ ਸਾਹ ਲੈਣਾ ਔਖਾ ਹੋ ਜਾਏਗਾ। So this is an alarming thing, a very essential thing which you all have to learn, internalize and understand. ਅਗਲੀ ਗੱਲ ਕੀ ਹੈ? There are 4 major ecosystem processes ਜੋ ਤੁਸੀਂ ਸਮਝਣੀ ਹੈ। 4 ਹਿੱਸਿਆਂ 'ਚ ਗੱਲ ਵੰਡੀ ਗਈ। ਪਹਿਲੀ ਕੀ ਹੈ? ਵਾਟਰ ਸਾਈਕਲ। ਹਜੇ ਵੀ ਮੇਰੀ ਸ਼ਾਇਦ ਆਵਾਜ਼ ਪਿਛਲੀ ਕਿਸੇ ਲਾਈਨ ਤੱਕ ਪਹੁੰਚਦੀ ਹੈ, ਉਹਨੂੰ ਲੱਗਦਾ ਹੈ ਕਿ ਕੀ ਬਕਵਾਸ ਹੈ, ਆ ਗੱਲਾਂ ਸਾਨੂੰ ਕਿਉਂ ਪੜਾਈਆਂ ਜਾ ਰਹੀਆਂ। ਬਟ ਬੇਟੇ ਤੁਸੀਂ ਗੱਲ ਸਮਝੋ, ਅੱਜ ਜੇ ਅਸੀਂ ਇਸ এনवायरमेंट ਵਿੱਚ ਬਹੁਤ ਔਖੇ ਸਾਹ ਲੈ ਰਹੇ ਹਾਂ, ਬੜਾ ਮੁਸ਼ਕਿਲ ਹੈ, ਸਾਨੂੰ ਬਾਰ-ਬਾਰ ਐਸਥਮਾ ਦੀ ਪ੍ਰੋਬਲਮ ਹੋ ਰਹੀ ਹੈ, ਸਾਨੂੰ ਬਾਰ-ਬਾਰ ਏਲਮੈਂਟਸ ਹੋ ਰਹੇ ਹੈ, ਡਿਜ਼ੀਜ਼ਸ ਹੋ ਰਹੇ ਹੈ। ਅਸੀਂ ਛੇੜਛਾੜ ਕਿਹਦੇ ਨਾਲ ਕੀਤੀ? এনवायरमेंट ਨਾਲ। এনवायरमेंट ਦੀ ਸਾਂਭ ਸੰਭਾਲ ਵਾਸਤੇ, ਬਚਤ ਵਾਸਤੇ, ਉਹਦੀ ਰੱਖ ਰਖਾਵ ਵਾਸਤੇ ਤੁਹਾਨੂੰ ਸਾਰੀਆਂ ਗੱਲਾਂ ਜਾਣਨੀਆਂ ਜ਼ਰੂਰੀ ਹੈ। ਪਹਿਲੀ ਗੱਲ ਕੀ ਹੈ? ਵਾਟਰ ਸਾਈਕਲ। ਯੂ ਮਸਟ ਬੀ ਵੈਲ ਅਵੇਅਰ ਆਫ ਕਿ ਵੀ ਪਾਣੀ ਦੀ ਦੇਖਭਾਲ ਕਿਵੇਂ ਕਰਨੀ ਹੈ। ਹਾਊ ਅ ਵਾਟਰ ਸਾਈਕਲ ਅੰਡਰਟੇਕਸ ਇਟਸ ਜਰਨੀ ਫਰੋਮ ਵਨ ਸਟੈਪ ਟੂ ਅਨਦਰ। ਉਹ ਕਿਸ ਤਰ੍ਹਾਂ ਟਰੈਵਲ ਕਰਦਾ ਹੈ। ਹੁਣ ਦੇਖਦੇ ਹਾਂ, ਪਹਿਲੇ ਵਾਟਰ ਸਾਈਕਲ ਨੂੰ ਪੜ੍ਹਦੇ ਹਾਂ। ਦੇਖੋ ਆਮ ਤੌਰ ਤੇ ਆ ਛੋਟੇ ਬੱਚਿਆਂ ਦੀ ਕਿਤਾਬਾਂ ਵਿੱਚ, ਮੈਂ ਵੀ ਸ਼ਾਇਦ ਕਿਸੇ ਬੱਚੇ ਦੀ ਕਿਤਾਬ ਵਿੱਚੋਂ ਹੀ ਫੋਟੋ ਖਿੱਚ ਕੇ ਲਗਾਤੀ ਹੈ ਕਿ ਕੀ ਹੁੰਦਾ ਹੈ ਕਿ ਸੂਰਜ ਦੀ ਰੋਸ਼ਨੀ ਪਈ, ਵਾਟਰ ਇਵੈਪੋਰੇਟ ਹੋਇਆ, ਉਹ ਇਵੈਪੋਰੇਟ ਹੋ ਕੇ ਵੇਪੋਰਾਈਜ਼ ਹੋ ਗਿਆ, ਉਹਨੇ ਬੱਦਲ ਬਣਾਏ, ਮੀਂਹ ਪਿਆ, ਫਰਟੀਲਿਟੀ ਵਾਸਤੇ ਮੀਂਹ ਸੋਇਲ ਦੇ ਉੱਪਰ ਆਇਆ, ਸੋਇਲ ਫਰਟਾਈਲ ਹੋਈ, ਫਸਲ ਉਗਣ ਵਿੱਚ ਮਦਦ ਕਰਦਾ ਹੈ, ਫੁੱਲ ਬੂਟੇ ਉਗਣ ਵਿੱਚ ਮਦਦ ਕਰਦਾ ਹੈ। ਆ ਇੱਕ ਪਹਿਲਾ ਪ੍ਰੋਸੈਸ ਹੋ ਗਿਆ। ਦੂਸਰਾ ਕੀ ਹੈ ਕਿ ਟ੍ਰਾਂਸਪੀਰੇਸ਼ਨ ਜਾਂ ਟ੍ਰਾਂਸਪੀਰੇਸ਼ਨ ਪੁੱਲ ਹੈ ਕਿ ਜਦ ਤੁਸੀਂ ਟ੍ਰਾਂਸਪੀਰੇਸ਼ਨ ਤੇ ਫੋਟੋਸਿੰਥੇਸਿਸ ਜਾਣਦੇ ਹੋ ਕਿ ਜਿਸ ਤਰ੍ਹਾਂ ਵਾਟਰ ਡ੍ਰੌਪਲੇਟਸ ਪਲਾਂਟ ਦੇ ਉੱਪਰ ਆ ਜਾਂਦੇ ਹੈ ਔਨ ਅਕਾਊਂਟ ਆਫ ਦ ਹੀਟ ਵਿਚ ਇਜ਼ ਐਬਜ਼ੌਰਬਡ ਬਾਈ ਦ ਪਲਾਂਟ, ਉਹਦੇ ਨਾਲ ਕੀ ਹੈ? ਟ੍ਰਾਂਸਪੀਰੇਸ਼ਨ ਹੋ ਰਹੀ ਹੈ। ਜਦ ਸਿੱਧਾ ਸਨੋ ਜਾਂ ਫਿਰ ਸੈਡੀਮੈਂਟਡ ਵਾਟਰ ਹੈ, ਉਹਦੀ ਲਿਕਵਿਫਿਕੇਸ਼ਨ ਹੋ ਰਹੀ ਹੈ, ਉਹਨੂੰ ਆਪਾਂ ਕੀ ਕਹਿ ਰਹੇ? ਸੈਡੀਮੈਂਟੇਸ਼ਨ ਕਹਿ ਰਹੇ। ਜਦ ਉਹ ਸਾਰੀਆਂ ਚੀਜ਼ਾਂ ਫਿਰ ਕਿਸੇ ਸਨੋਫਾਲ ਦੇ ਤੌਰ ਤੇ ਆਉਂਦੀਆਂ ਜਾਂ ਫਿਰ ਸੋਲਿਡ ਪਾਰਟੀਕਲਸ ਦੇ ਰੂਪ ਚ ਆਉਂਦੀਆਂ, ਸੋ ਦੈਟ ਇਜ਼ ਕਾਲਡ ਡੀਕੰਪੋਜੀਸ਼ਨ ਐਂਡ ਪ੍ਰੈਸਿਪੀਟੇਸ਼ਨ। ਉਹ ਫਿਰ ਪ੍ਰੈਸਿਪੀਟੇਸ਼ਨ, ਇਵੈਪੋਰੇਸ਼ਨ, ਰੇਨ, ਉਹ ਸਾਰੀਆਂ ਚੀਜ਼ਾਂ ਫਿਰ ਮਿੱਟੀ 'ਚ ਮਿਲ ਜਾਂਦੀ ਹੈ, ਫਿਰ ਇਨਫਿਲਟ੍ਰੇਸ਼ਨ ਹੁੰਦੀ ਹੈ, ਫਿਰ ਸਾਡੇ ਕੋਲ ਉਹ ਸਾਈਕਲ ਬਣ ਜਾਂਦਾ ਹੈ। ਸੋ ਪਾਣੀ ਬਹੁਤ ਜ਼ਰੂਰੀ ਹੈ, ਸਾਡੇ ਵਾਸਤੇ ਵੀ ਜ਼ਰੂਰੀ ਹੈ। ਸਾਨੂੰ ਪਾਣੀ ਪੀਣਾ ਵੀ ਚਾਹੀਦਾ ਹੈ ਤੇ ਪਾਣੀ ਪੀਣ ਜੋਗੇ এনवायरमेंट ਨੂੰ ਬਣਾਉਣਾ ਵੀ ਚਾਹੀਦਾ ਹੈ। ਆਮ ਤੌਰ ਤੇ ਅਸੀਂ ਕੀ ਕਰਨ ਲੱਗੇ? ਅਸੀਂ ਬਹੁਤ ਹੀ ਡੂੰਘਾ ਬੋਰ ਨਹੀਂ ਲਗਾਉਂਦੇ, ਅਸੀਂ ਜਿੱਥੋਂ ਸਾਨੂੰ ਪਾਣੀ ਮਿਲ ਜਾਂਦਾ ਅਸੀਂ ਕਰਨ ਲੱਗੇ, ਅਸੀਂ এনवायरमेंट ਨੂੰ ਖਾਲੀ ਕਰਨ ਲੱਗੇ, ਜ਼ਮੀਨ ਨੂੰ ਖਾਲੀ ਕਰਨ ਲੱਗੇ, ਖੋਖਲਾ ਕਰਨ ਲੱਗੇ। ਫਿਰ ਸਾਨੂੰ ਹੋਰ ਡੂੰਘਾਈ ਤੇ ਜਾਣਾ ਪੈਂਦਾ ਹੈ। ਸਲਾਈਨ ਵਾਟਰ ਆਉਂਦਾ ਹੈ, ਖਾਰਾ ਪਾਣੀ ਆਉਂਦਾ ਹੈ, ਉਹ ਖਾਰਾ ਪਾਣੀ ਉਹਨੂੰ ਪਿਉਰੀਫਾਈ ਕਰਦੇ ਕਰਦੇ ਬਹੁਤ ਟਾਈਮ ਲੱਗ ਜਾਂਦਾ ਹੈ, ਉਹ ਸਾਰਾ ਪਾਣੀ ਅਸੀਂ ਕੰਜ਼ਿਊਮ ਕਰਦੇ ਹਾਂ। ਸੋ ਅਸੀਂ ਪਹਿਲੇ এনवायरमेंट ਦੀ ਸਾਂਭ ਸੰਭਾਲ ਨਹੀਂ ਕੀਤੀ, ਬਾਅਦ 'ਚ ਅਸੀਂ ਉਹੀਓ ਪਾਣੀ ਕੰਜ਼ਿਊਮ ਕਰਕੇ ਕਾਰਸੀਨੋਜੈਨਿਕ ਪਾਣੀ, ਕੈਂਸਰ ਵਾਲਾ ਪਾਣੀ ਮਾਲਵਾ ਬੈਲਟ ਵਿੱਚ ਉਹ ਅਸੀਂ ਕੰਜ਼ਿਊਮ ਕਰ ਰਹੇ ਹਾਂ। ਸਪੈਸ਼ਲੀ ਉਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ? ਕਿਉਂਕਿ ਅਸੀਂ ਵਾਟਰ ਸਾਈਕਲ ਨੂੰ ਸਮਝਿਆ ਨਹੀਂ, ਅਸੀਂ ਵਾਟਰ ਸਾਈਕਲ ਨੂੰ ਮੇਨਟੇਨ ਨਹੀਂ ਕੀਤਾ। ਪਹਿਲੇ ਅਸੀਂ ਕਿਤਾਬਾਂ 'ਚ ਨਹੀਂ ਪੜ੍ਹਿਆ, ਬਾਅਦ ਵਿੱਚ ਉਹਨੂੰ ਪ੍ਰੈਕਟੀਕਲੀ ਨਹੀਂ ਅਪਲਾਈ ਕੀਤਾ, ਤੇ ਬਾਅਦ ਵਿੱਚ ਜਦ ਅਸੀਂ ਲਾਈਫ ਵਿੱਚ ਬਹੁਤ ਜ਼ਿਆਦਾ ਪੇਨਫੁਲ ਹੋਏ, ਜਦ ਅਸੀਂ ਆਪ ਦਿੱਕਤ ਵਿੱਚ ਆ ਗਏ, ਸਾਨੂੰ ਸੁੱਕਾ ਪੈਣ ਲੱਗ ਗਿਆ, ਬਾਰਿਸ਼ਾਂ ਨਹੀਂ ਹੋ ਰਹੀਆਂ, ਜ਼ਮੀਨਾਂ ਖਰਾਬ ਹੋ ਰਹੀਆਂ, ਫਸਲ ਖਰਾਬ ਹੋ ਰਹੀ ਹੈ, ਉਦੋਂ ਜਾ ਕੇ ਸਾਨੂੰ ਸਮਝ ਆਉਂਦੀ ਹੈ। ਫਿਰ ਅਸੀਂ ਆਰਟੀਫਿਸ਼ੀਅਲ ਰੇਨ ਦੀ ਕਲਪਨਾ ਕਰਦੇ ਹਾਂ, ਉਮੀਦ ਕਰਦੇ ਹਾਂ, ਤੇ ਬਹੁਤ ਹੀ ਮਹਿੰਗਾ ਸੌਦਾ ਹੈ, ਬਹੁਤ ਮੁਸ਼ਕਿਲ ਹੈ, which can not be formulated easily there in a large span of area। ਉਹਦੇ ਵਾਸਤੇ ਅਸੀਂ ਬੜੇ ਲੋਕਲਾਈਜ਼ ਏਰੀਆ ਤੇ ਕਰ ਸਕਦੇ ਹਾਂ। ਵੱਡੇ ਵੱਡੇ ਟਾਊਨਸ ਵਿੱਚ, ਸ਼ਿਪਸ ਵਿੱਚ, ਵੱਡੇ ਵੱਡੇ ਟਾਊਨਸ ਵਿੱਚ, ਵੱਡੇ ਵੱਡੇ ਸ਼ਹਿਰਾਂ ਵਿੱਚ, ਕੰਟਰੀਜ਼ ਵਿੱਚ, ਡਿਸਟ੍ਰਿਕਟਸ ਵਿੱਚ ਆ ਪੋਸੀਬਲ ਨਹੀਂ ਹੈ। ਸੋ ਵਾਟਰ ਸਾਈਕਲ ਇਜ਼ ਸਮਥਿੰਗ ਵਿਚ ਯੂ ਹੈਵ ਟੂ ਲਰਨ। ਸੈਕਿੰਡ ਚੀਜ਼ ਕੀ ਹੈ? ਮਿਨਰਲ ਸਾਈਕਲ ਵਿਚ ਇਜ਼ ਅਸੈਂਸ਼ੀਅਲ। ਜੋ BSc ਮੈਡੀਕਲ ਕਰਦੇ ਆ ਬੱਚੇ, ਉਹਨਾਂ ਨੂੰ ਗੱਲ ਪਤਾ ਹੋਏਗੀ।
मैं फिर गल समझाना भी हाँ वट इज मिनरल साइकिल, हाउ देयर इज नाइट्रिफिकेशन ऑफ सॉइल एंड देन हाउ डीनाइट्रिफिकेशन ऑफ सॉइल इज देयर। देखो नाइट्रिफिकेशन की है जिहड़ी खाद राही या फिर नैचुरल मैन्योर राही अमोनीया जो सॉइल विच ऐड हो रही है ਉਹਨੂੰ ਸਿੰਪਲ ਨਾਈਟ੍ਰੇਟ ਦੀ ਫਾਰਮ ਵਿੱਚ ਕਨਵਰਟ ਕਰਨਾ, ਉਹਨੂੰ ਕੀ ਕਹਿੰਦੇ ਨਾਈਟ੍ਰੀਫਿਕੇਸ਼ਨ। ਉਹ ਕਿਸ ਤਰ੍ਹਾਂ ਆ ਸਕਦਾ ਹੈ? ਅਰਥਵਰਮਸ ਹੈਗੀ ਹੈ ਬੋਡੀ, ਠੀਕ ਹੈ, ਉਹ ਸੋਇਲ ਵਿੱਚ ਹੈਗੇ ਆ, ਉਹ ਹੈਲਪ ਕਰਦੇ ਆ, ਉਹ ਨੈਚੁਰਲੀ ਉਹਨੂੰ ਨਾਈਟ੍ਰੀਫਾਈ ਕਰਦੇ ਆ। ਉਹ ਫਿਰ ਫਾਈਨਲੀ ਕੀ ਹੁੰਦਾ ਹੈ? ਡੀਨਾਈਟ੍ਰੀਫਿਕੇਸ਼ਨ ਬੈਕਟੀਰੀਆਜ਼ ਵੀ ਹੈਗੇ ਆ ਜੋ ਉਹਨੂੰ ਫਾਈਨਲੀ ਕਨਵਰਟ ਕਰ ਦਿੰਦੇ ਨਾਈਟ੍ਰੋਜਨ ਡਾਈਆਕਸਾਈਡ। ਤੇ ਨਾਈਟ੍ਰੋਜਨ ਡਾਈਆਕਸਾਈਡ ਹਵਾ 'ਚ ਵਾਪਸ ਚਲੀ ਜਾਂਦੀ ਹੈ, ਤਾਂ ਹੀ 70% ਸਾਡੇ ਕੋਲ ਨਾਈਟ੍ਰੋਜਨ ਗੈਸ ਹੈ ਇਨਵਾਇਰਮੈਂਟ ਵਿੱਚ, ਤੇ ਉਸ ਤੋਂ 25% ਅਰਾਊਂਡ ਵੀ ਹੈਵ ਗॉट ਆਕਸੀਜਨ। ਸੋ ਲਾਈਕਵਾਈਜ਼ ਦਿਸ ਇਜ਼ ਹਾਊ ਸਾਈਕਲ ਇਜ਼ ਮੇਨਟੇਨਡ। ਨਾਈਟ੍ਰੋਜਨ ਬਹੁਤ ਜ਼ਰੂਰੀ ਹੈ, ਲੇਕਿਨ ਅਸੀਂ ਕੀ ਕਰਦੇ ਹਾਂ? ਅਸੀਂ ਨਾਈਟ੍ਰੋਜਨ ਫਿਕਸੇਸ਼ਨ ਬੈਕਟੀਰੀਆ ਨਹੀਂ ਯੂਜ਼ ਕਰਦੇ, ਅਸੀਂ ਡਾਈ ਯੂਜ਼ ਕਰਦੇ ਹਾਂ, ਡਾਈ ਅਮੋਨੀਅਮ ਫਾਸਫੇਟ ਯੂਜ਼ ਕਰਦੇ ਹਾਂ। ਅਸੀਂ ਇਹੋ ਜਿਹੇ ਹੈਵੀ ਮੈਨਿਓਰ ਯੂਜ਼ ਕਰਦੇ ਹਾਂ ਤਾਂ ਕਿ जल्दी तो जल्दी पैदावार हो सके, जल्दी तो जल्दी क्रॉप हार्वेस्टिंग हो सके, तो असी सॉयल की परकोलेशन कैपेसिटी ही खत्म कर देंगे हैं। ना तो सॉयल वो पानी अब्जॉर्ब कर पाती है, ना वो सॉयल मिनरल अब्जॉर्ब करती है, बंजर हो जाती है, तो आने वाले किसी भी फसल को अपने नहीं समा सकती। सो असी की कर रहे हैं? छेड़छाड़ कर रहे हैं। किस वास्ते कर रहे हैं? ऑन अकाउंट ऑफ आवर कमर्शियल गेन्स, ऑन अकाउंट ऑफ क्विकली डूइंग द हार्वेस्टिंग। वो सारिया चीज़ां क्योंकि मार्केट असीं फिनिश प्रोडक्ट जल्दी तो जल्दी लैके जावांगे, सानूं ज़्यादा पैसे मिलणगे, असीं वो पैसे की होड़ च की कर रहे हैं? अपना फ्यूचर तो चलो बर्बाद कर ही रहे हैं, प्रेजेंट भी बर्बाद कर रहे हैं। उहियो सब्जियां का, उहियो चीज़ों का सेवन असीं अपने परिवार को भी करवा रहे हैं। तो यह नहीं पता कि असीं जहर बेच के जहर खा रहे हैं, तो अल्टीमेटली असीं इन्वायरमेंट में जहर पैदा कर रहे हैं। सो इस जहर के कारोबार को असीं बाहर निकलना है। ਅਸੀਂ ਗੱਲ ਨੂੰ ਸਮਝਣਾ ਹੈ ਕਿ ਕਿਸ ਤਰ੍ਹਾਂ ਅਸੀਂ ਨੈਚੁਰਲੀ ਇਹਨੂੰ ਪਰਕੂਲੇਸ਼ਨ ਕਪੈਸਿਟੀ ਦੀ ਵਧਾ ਲਈਏ ਐਂਡ ਮੇਨਟੇਨ ਕਰੀਏ। ਸੋ ਐਜ਼ ਯੂ ਕੈਨ ਸੀ देयर इज अ पर्टिकुलर, वो देखो ਉਹਦਾ ਕਾਓ ਡੰਗ ਹੈ। ਕਾਓ ਡੰਗ ਜੋ ਹੈ ਉਹ ਕੀ ਹੈ? ਨੈਚੁਰਲ ਮੈਨਿਓਰ ਹੈ, ਬਾਇਓਮਾਸ ਹੈ। ਉਹ ਬਾਇਓਮਾਸ ਵੀ ਜੋ ਹੈ ਪਾਣੀ ਵਿੱਚ ਐਡ ਹੋਏਗਾ ਬਾਇਓ ਫਰਟੀਲਾਈਜ਼ਰ ਦੇ ਤੌਰ ਤੇ, ਉਹਦੀ ਵੀ ਅੱਗੋਂ ਨਾਈਟ੍ਰੋਜਨੇਸ਼ਨ ਹੋਏਗੀ, ਫਿਰ ਡੀਨਾਈਟ੍ਰੀਫਿਕੇਸ਼ਨ ਹੋਏਗੀ, ਫਿਰ ਇਹਦੇ ਵਿੱਚੋਂ ਜੋ ਹੈ ਸਾਨੂੰ ਯੂਜ਼ਫੁਲ नाइट्रोजन मिलेगी जो कि पैदावार वास्ते बहुत जरूरी है। नाइट्रोजन इज़ वेरी इंपॉर्टेंट। तो असी आर्टिफिशियल मैन्योर की बजाय इस तरह मिनरल साइकिल्स को समझ सकते हैं। तीसरी चीज़ की है? सोलर एनर्जी फ्लो, जिहड़ा कि मैं तुहानूं फूड चेन राही भी दस्सिया है। फिर भी एक नवी स्लाइड राही देखते हैं कि किस तरह एनर्जी का फ्लो हो रहा है। सोलर एनर्जी, हाउ सनलाइट इज एब्जॉर्ब्ड बाय द प्लांट्स एंड देन हाउ द प्लांट्स आर ईटन बाय द स्मॉल लिटिल इंसेक्ट्स। वो इंसैक्ट्स को अगे फर्दर छोटे एनिमल्स एम्फीबियन इतने दिखाया गया, फ्रॉग को ईट करता है। फिर जो है एम्फीबियंस को अगे जो है बर्ड्स जो है वो ईट कर रहे हैं, असी बर्ड्स को अगे भी कंज्यूम कर सकते हैं। सो दिस हाउ एनर्जी इज टेकिंग अ न्यू वे, अ न्यू चैनल फ्रॉम वन ऑर्गेनिज्म टू अनदर। दिस इज हाउ द फ्लो ऑफ एनर्जी। तो जे किसी भी लैवल से एनर्जी रुक गई, किसी भी लैवल से असी वो फ्लो रोकता, तो फिर की हो रहा है? असी इन्वायरमेंट को किसी ना किसी तरह का इंटरप्ट कर रहे हैं। सो व्हेन वी आर प्लेइंग विद द एनवायरमेंट, एनवायरमेंट विल प्ले विद अस इन टर्म्स ऑफ एलमेंट्स, डिजीजेस, कैंसर, कितना कुछ होएगा, ये हो भी रहा है। असी सानू पता नहीं लगता कि असी कुछ गलत नहीं कंज्यूम कर रहे, असी तो रोटी पानी खा रहे हैं। क्यों घर च इस तरह हो रहा है कि हर 10 बंदे के पिछे मालवा बेल्ट कैंसर के केसेस आ रहे हैं? वो ऐसे वजह नाल आ रहे हैं, जाने अनजाने असी जो चीज़ कंज्यूम कर रहे हैं विदाउट गेटिंग इनटू द डिटेल्स ऑफ हाउ इट वाज प्रोड्यूस्ड और हाउ क्विकली इट वाज प्रोड्यूस्ड इन ऑर्डर टू केटर टू द नीड्स ऑफ कस्टमर्स, कंज्यूमर्स। तो असी उन्होंने बगैर सोचे समझे ही खा रहे हैं। हुण चौथी गल की है? कम्यूनिटी डायनेमिक्स। हाँ, बड़ी इंपॉर्टेंट गल है कि कम्यूनिटी डायनेमिक्स की है कि किस तरह साडा इन्वायरमेंट एग्रीकल्चर तो हॉर्टिकल्चर बन गया, हॉर्टिकल्चर तो एग्रीकल्चर। क्यों हॉर्टिकल्चर तो एग्रीकल्चर से कन्वर्ट हो गया? क्यों एग्रीकल्चर तो, क्यों दोनों साइमल्टेनियसली क्यों नहीं चल पा रहे? की रीजन है? आप देखते हैं। सी देयर इज एन इकोलॉजिकल सक्सेशन इन विच देयर इज अ प्राइमरी सक्सेशन ऑफ एग्रेरियन लैंड, जिहदे च एग्रीकल्चरल लैंड है, जिहदे कनक बीजी गई, झोना बीजा गया, जिहदे कोई ना कोई कैटास्ट्रोफ की है, कोई नैचुरल डिजास्टर आ गया।
ਉਹ ਨੈਚੁਰਲ ਡਿਜ਼ਾਸਟਰ ਨੇ ਫਸਲ ਤਬਾਹ ਕਰਤੀ। ਸਾਨੂੰ ਲੱਗਦਾ ਹੈ ਕਿ ਅਗਲੀ ਫਸਲ ਤੇ ਅਸੀਂ ਰਿਸਕ ਨਹੀਂ ਲੈ ਸਕਦੇ, ਅਸੀਂ ਛੋਟੇ ਛੋਟੇ ਏਰੀਆਜ਼ ਵਿੱਚ जो है फ्रूट ऑर्चर्ड्स लगा ले या गार्डन बनाने शुरू करते या छोटी छोटी सब्जियां का पैदावार करते। फिर वो खत्म हुई, फिर असी एग्रीकल्चर ते आ गए। असी दोनों को साइमल्टेनियसली नहीं कर रहे मैनेज, क्योंकि असी एक टाइम पे एक क्रॉप कल्चर, एक टाइम पे एक मोड पे फोकस कर रहे हैं। वी आर नॉट फोकसिंग ऑन द साइमल्टेनियस मोड ऑफ two ecosystems or two communities at the same time. So there is a dynamics, there is a switch over of the ecosystem on account of the disastrous nature of the environment या फिर man made जो factors है जिसकी वजह ਨਾਲ environment damage हो रही है। ठीक है, आम तौर पे ਆਪਾਂ देखते हैं बठिंडा साइड जाइए ਤੇ जो साडी cotton जो है ਉਹਦੇ ਚ genetic mutation ਨਾਲ ਜਿਹੜੀ crops जो ਸਾਨੂੰ seeds ਮਿਲਦੀਆਂ वो बीटी कॉटन है या जो भी है वो थोड़ी देर से सही चलती है, अगली बारी वो जेनेटिक म्यूटेशन अपने आप हो जाती है तो वो फिर क्रॉप से कीड़ा लग जाता है, वो सारी सारी फसल खराब हो जाती है। फिर की है फार्मर्स को PAU वाले या एग्रीकल्चरल यूनिवर्सिटी वाले होर कई मीडियम्स देते हैं, लेकिन किसान इस गल से बिल्कुल भी विश्वास नहीं रखता। वो हजे भी फिर रिस्क ले लेता है, जब 2-3 बारी वो रिस्क ले लेता वो जमीन ही बिल्कुल बंजर हो जाती है तो कोई भी क्रॉप उगाता वो कीड़ा लग जाता है। So there are certain methodologies, there is an academics behind it which one has to follow. So आज 4 चीज़ां सीखियां जो असी सीखियां, दोबारा तो मैं स्लाइड रख रहे हैं, वाटर साइकिल, मिनरल साइकिल, सोलर एनर्जी फ्लो एंड देन कम्युनिटी डायनेमिक्स। In the last line, monitoring these 4 processes, it tells us whether landscape health is improving or deteriorating. आ एक पैरामीटर है, आ एक बेंचमार्क है। आ चारों चीज़ां आपस में कोऑर्डिनेशन चाहिए, म्यूचुअल इंटरस्ट चाहिए ताकि साडा एनवायरनमेंट भी बचे, असी भी बचे। सो आज चारों चीज़ों की जरूर, कई बार आप देखते हैं गर्मी जल्दी आ गई, बारिशां नहीं हुई, वो सारे इरेगुलैरिटी किस वजह नाल है, साडी छेड़छाड़ नाल है। असी क्यों डिफॉरेस्टेशन में जा रहे हैं, क्यों असी कट रहे हैं, ग्रीन जो हैबिटेट्स है उन्होंने असी डिप्लीट कर रहे हैं फॉर आवर पर्सनल कमर्शियल और the need to expand the motorable roads ਨੂੰ ਆਪਾਂ expand ਕਰ ਰਹੇ ਹਾਂ, highways ਬਣਾ ਰਹੇ ਹਾਂ। So now the next slide says what is the destruction of ecosystem and what are the reasons. There are 4 reasons. Number 1 is overpopulation, which is of course highly alarming thing जो ਤੁਹਾਨੂੰ ਸਭ ਨੂੰ ਪਤਾ ਹੈ। ਇਹਦੇ ਬਾਰੇ ਹੁਣ that is something which government has to take care of and individually every individual must take care of this thing, that you have to maintain the population according to your economic as well as what you call the country's status. More or less इस गल से अवेयरनेस आ भी गई है किसी किसी लेवल पे, असी इस गल समझ गए। दूसरी गल की है पोल्यूशन है, फिर बर्निंग ऑफ फॉसिल फ्यूल्स है। वट यू मीन बाय बर्निंग ऑफ फॉसिल फ्यूल, असी नहीं देखते कि भी किहड़े फ्यूल्स जिहड़े है उन्हां तो असी और यूजफुल प्रोडक्ट्स एक्सट्रैक्ट कर सकते हैं। असी उन्होंने जल्दी तो जल्दी बर्न करके इमीडिएट नीड में केटर करते हैं, असी उसके लॉन्ग टर्म गेन्स नहीं करते तो बाद जब सानू इस गल का पता लगता है उन्होंने भी डिप्लीशन हो चुकी होती है। डिफॉरेस्टेशन ऑफ कोर्स मैं गल कर ली है। आ सारी वजह नाल मैं देखो 4 चीज़ां हाईलाइट की हैं। चार चीज़ां कि क्लाइमेट चेंज होता है, सॉइल इरोजन होती है, पुअर एयर क्वालिटी है, दैन अनड्रिंकेबल वाटर। अनड्रिंकेबल वाटर तो है ही, ਤੁਹਾਡਾ 4 ਦਿਨਾਂ ਬਾਅਦ RO ਖਰਾਬ ਹੁੰਦਾ, ਮੈਂਬਰੇਨ ਉਹਦਾ ਖਰਾਬ ਹੁੰਦਾ। ਕਾਰਨ ਕੀ ਹੈ, ਕਿਉਂ? ਕਿਉਂਕਿ ਉਹਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ। ਜਿਵੇਂ ਇੱਕ ਐਲਕੋਹਲਿਕ ਹੈ, ਉਹ ਜੋ ਰੋਜ਼ ਹੀ ਐਲਕੋਹਲ ਕੰਜ਼ਿਊਮ ਕਰਦਾ ਹੈ ਉਹਦੇ ਲੀਵਰ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਡੀਟੌਕਸੀਫਾਈ ਕਰਨ ਵਾਸਤੇ ਐਲਕੋਹਲ ਦੀ ਇਫੈਕਟ, ਜਾਂ ਜੋ ਫੈਟਸ ਖਾ ਰਿਹਾ ਉਹਦੇ ਫੈਟਸ ਨੂੰ ਜੋ ਹੈ ਐਮਲਸੀਫਿਕੇਸ਼ਨ ਕਰਨ ਵਾਸਤੇ ਉਹਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ, ਉਹਦੇ ਦਾ ਲੀਵਰ ਜਲਦੀ ਡੈਮੇਜ ਹੋ ਜਾਂਦਾ, ਫੈਟੀ ਹੋ ਜਾਂਦਾ। ਇਸੇ ਤਰ੍ਹਾਂ ਕੀ ਹੈ, ਸਾਡੇ RO ਨੂੰ ਵੀ ਜ਼ਿਆਦਾ ਮਿਹਨਤ ਮੁਸ਼ੱਕਤ ਕਰਨੀ ਪਈ। ਕੰਪਨੀ ਨੂੰ ਥੋੜੀ ਪਤਾ ਸੀਗਾ ਕਿ ਇੱਥੇ ਇੰਨਾ ਪਾਣੀ ਖਰਾਬ ਹੋ ਜਾਏਗਾ, ਤੇ 4-5 ਵਾਰੀ ਤੇ ਉਹ ਬਦਲਿਆ ਜਾਂਦਾ ਹੈ, 5ਵੀਂ ਵਾਰੀ ਫਿਰ ਰੱਬ ਆਸਰੇ ਛੱਡ ਦਿੱਤਾ ਜਾਂਦਾ ਹੈ, ਬਿਕੋਜ਼ ਇਟ ਇਜ਼ ਐਨ ਐਕਸਪੈਂਸਿਵ ਅਫੇਅਰ। ਸੋ ਆ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ? ਕਿਉਂਕਿ ਸਾਡਾ ਗਰਾਊਂਡ ਵਾਟਰ ਹੀ ਜੋ ਹੈ पोल्यूट होगा। ग्राउंड वाटर किमें पोल्यूट होया बेटे, अपनी है अपने प्लेटोनिक प्लेट्स है अर्थ दियाँ, वो है नीवियां मालवा गढ़ की ਜਿਹੜੀ ਲੁਧਿਆਣਾ ਸਾਈਡ ਤੋਂ ਜੋ ਵੀ ਇੰਡਸਟਰੀਅਲ ਵੇਸਟ ਹੈ ਉਹ ਹੁਣ ਪਾਣੀ 'ਚ ਤੇ ਪਾਉਂਦੇ ਆ ਤੇ ਫੜੇ ਜਾਂਦੇ ਆ, ਉਹ ਜ਼ਮੀਨ ਵਿੱਚ ਹੀ ਉਹਨੂੰ ਗੱਡ ਕੇ ਉਹਦੇ ਵਿੱਚ ਹੀ ਪਾਈ ਜਾਂਦੇ। ਉਹ ਹੌਲੀ ਹੌਲੀ ਕਰਕੇ ਰਿਸਦਾ ਹੁਣ ਇੰਨਾ ਜ਼ਿਆਦਾ ਆ ਗਿਆ, ਇੰਨੇ ਜ਼ਿਆਦਾ ਪੋਲਿਊਟੈਂਟਸ ਆ ਗਏ, ਉਹਨੇ ਵੀ ਪਾਣੀ ਨੂੰ ਖਰਾਬ ਕਰਤਾ, ਉਹਨੇ ਵੀ ਸਾਡੇ ਗਰਾਊਂਡ ਵਾਟਰ ਨੂੰ ਪੋਲਿਊਟ ਕਰਤਾ। ਸੋ ਦੇਰ ਆਰ ਮਲਟੀਪਲ ਫੈਕਟਰਸ
and there is a good lot of research going on, but the research and all the factors are obsolete, of no use. Our awareness is more important, and that is something which we as individual, we as community, we as a group, we as the citizens of this town, state, country, which we have to follow. ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਬੇਟੇ, what is a degraded ecosystem? ਚਲੋ ਪੜ੍ਹਨ ਦੀ ਬਜਾਏ ਜਿਹੜੀ ਪਿਕਚਰ ਹੈ ਉਹ ਬਿਹਤਰ ਤੌਰ ਤੇ ਸਾਨੂੰ ਗੱਲ ਸਮਝਾਉਂਦੀ ਹੈ ਕਿ ਡੀਗ੍ਰੇਡਡ ਇਕੋਸਿਸਟਮ ਹੈ, ਸ਼ੇਰ ਵਰਗਾ ਖੂੰਖਾਰ ਜਾਨਵਰ ਵੀ ਪਾਣੀ ਲੱਭਦਾ ਲੱਭਦਾ ਜੇ ਮਰ ਜੇ ਤੇ ਇਹੋ ਜਿਹੇ এনवायरमेंट ਨੂੰ ਕੀ ਕਵਾਂਗੇ, ਤੇ ਆਪਾਂ ਤੇ ਸ਼ੇਰ ਤੋਂ ਖਤਰਨਾਕ ਤੇ ਨਹੀਂ ਹੈਗੇ, ਸ਼ੇਰ ਤੋਂ ਤਗੜੇ ਵੀ ਨਹੀਂ ਹੈਗੇ, ਤੇ ਆਪਣਾ ਕੀ ਬਣੇਗਾ? ਯੂ ਕੈਨ ਵੈਲ ਇਮੈਜਿਨ that is even the wild animals like tiger and lion are finding it difficult to catch hold of water. They are at the natural sources. Why? Because the water is getting polluted and depleted. So આ સારી ચીਜ਼ਾਂ ਜ਼ਰੂਰੀ ਹੈ. What are the causes? Causes ਕੀ ਹੈ? Unsustainable land. Unsustainable ਕਿਉਂ ਹੈ? ਕਿਉਂਕਿ population ਹੀ ਇੰਨੀ ਜ਼ਿਆਦਾ ਹੋ ਗਈ pollutant ਦੀ ਕਿ ਉਹਦੇ ਤੇ ਕੋਈ ਗੱਲ ਟਿਕਦੀ ਨਹੀਂ. ਅਸੀਂ ਜਿੱਥੇ ਇੱਕ ਬੋਰੀ जो है फर्टिलाइजर पाने सीखे, असी उत्थे 10-10 बोरियां पान लगे. पैदावार ਵਧਾਉਣ वास्ते असी अपने जेब ਨੂੰ ਭਾਰਾ ਕਰਨ ਵਾਸਤੇ ਅਸੀਂ ਬਹੁਤ ਜ਼ਿਆਦਾ ਜੋ ਹੈ এনवायरमेंट ਦੇ ਨਾਲ ਛੇੜਛਾੜ ਕੀਤੀ ਤੇ ਉਹਦੇ ਨਾਲ ਲੈਂਡ ਕੀ ਹੋ ਗਈ? ਅਨਸਸਟੇਨੇਬਲ. ਦੂਸਰਾ ਕੀ ਹੈ? ਬਾਇਓਡਾਇਵਰਸਿਟੀ ਲਾਸ. ਬਾਇਓਡਾਇਵਰਸਿਟੀ ਲਾਸ ਕੀ ਹੈ? ਬਾਇਓਡਾਇਵਰਸਿਟੀ ਕੀ ਹੁੰਦੀ ਹੈ? ਜੋ ਹੈ ਪੇੜ ਪੌਦੇ ਫਲ ਜਾਨਵਰ ਸਾਰੀਆਂ ਚੀਜ਼ਾਂ ਕੀ ਹੈ? ਆ ਸਾਰੀ ਬਾਇਓਡਾਇਵਰਸਿਟੀ ਦੇ ਹੀ ਇੰਗਰੀਡੀਐਂਟਸ ਹੈ, ਸਾਰੇ ਉਹਦੇ ਐਂਟੀਟੀਜ਼ ਹੈਗੇ. ਜੇ ਆ ਸਾਰੇ ਖਤਮ ਹੋਣੇ ਸ਼ੁਰੂ ਹੋ ਗਏ, ਯੂ ਕੈਨ ਵੈਲ ਇਮੈਜਿਨ. ਸੋ ਉਸ ਤੋਂ ਬਾਅਦ ਕੀ ਹੈ? यूट्रोफिकेशन. यूट्रोफिकेशन की है फॉस्फेट्स या फिर जो हाईली डेंजरस कैमिकल्स है जो परकोलेट होने लगे. एक मीनामाका ट्रेजिडी हुई सी किसी टाइम वो मैग्नीशियम मैंगनीज डिपॉजिट एटलांटिक ओशन च इन्ना ज़्यादा हो गया सीगा कि लोगों ने जिन्होंने फिशिज कंज्यूम कीतियां वो खाते ही मर गए क्योंकि फिशिज के अंदर मैंगनीज डाइजेस्ट करने वाली इंजाइम ही नहीं सी. ਤੇ ਜਿਵੇਂ ਜਿਵੇਂ ਉਹ ਅੱਗੇ ਅੱਗੇ ਜਾਂਦੇ ਗਲਫ ਵਾਰ ਹੋਈ. ਗਲਫ ਵਾਰ ਤੋਂ ਬਾਅਦ ਜੋ ਹੈ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਜਾਨਵਰ ਉਹ ਮਰ ਕੇ ਤੈਰਦੇ ਹੋਏ ਸਮੁੰਦਰ ਦੀ ਸਤਹ ਤੇ ਆ ਗਏ. ਉਹ ਕੀ ਸੀਗਾ ਕਿ ਸਾਰਾ ਕਰੂਡ ਆਇਲ ਹੀ ਜੋ ਹੈ ਉਹ ਪਾਣੀ 'ਚ ਮਿਕਸ ਹੋ ਗਿਆ. ਤੇ ਕਰੂਡ ਆਇਲ ਅੱਗੇ ਜਾ ਕੇ ਕਿੱਥੇ ਕਿੱਥੇ ਜਾ ਕੇ ਮਿਕਸ ਹੋਇਆ, ਉਹ ਓਸ਼ਨਸ ਕਿਹੜੇ ਕਿਹੜੇ ਸਮੁੰਦਰਾਂ ਨਾਲ ਜਾ ਕੇ ਜੁੜੇ ਤੇ ਉਹ ਸਾਰਾ ਪਾਣੀ ਅਖੀਰ ਤੇ ਜੋ ਹੈ ਸਾਡੇ ਹਿੱਸੇ ਆਇਆ ਤੇ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ. ਸੋ ਦਿਸ ਇਜ਼ ਹਾਊ यूट्रोफिकेशन, वाटर डिग्रेडेशन इज. दैन साइनोबैक्टीरियल ग्रोथ जो है वो थोड़ी है, उन्होंने भी ਆਪਾਂ बैलेंस करना है ਜਿਹਦੇ ਨਾਲ जो वाटर हाइसिंथ या जो एक्वेटिक प्लांट्स होते हैं जो कि एक्वेटिक हैबिटेट ਨੂੰ मैनेज करते हैं वो भी जरूरी है. ਅਸੀਂ ਤੇ ਉੱਪਰਲੀ ਸਤਹ ਤੇ ਦੇਖਦੇ ਰਹਿੰਦੇ ਹਾਂ ਲੇਕਿन एनवायरमेंट ਤੇ ਪਾਣੀ ਦੇ ਨੀਚੇ ਵੀ ਹੈ. ਅਸੀਂ ਪਾਣੀ ਨੂੰ ਪੋਲਿਊਟ ਕਰਾਂਗੇ ਤੇ ਫਿਰ ਉੱਥੇ ਵੀ ਡੈਮੇਜ ਹੋ ਜਾਏਗਾ. ਨਾਓ what are the natural calamities जिसकी वजह ਨਾਲ एनवायरमेंटल डिग्रेडेशन होती है? वॉल्केनिक इरप्शंस होती है, अर्थक्वेक्स, फ्लडिंग, सुनामी, कितना कुछ होता है. दैन देयर इज अ डिजीज आउटब्रेक, फैमिन, बड़ा कुछ हो जाता है. अफ्रीकन कंट्रीज के आम तौर पर जो है फैमिन्स आ जाते, क्वाशिएकर, मिराजमस, कितने सारे जो है डिजीजेज हो जाते, माल न्यूट्रिशन हो जाती है बच्चों. सो देयर आर सो मेनी नेचुरल कैलेमिटीज. what are the human impacts? Human impacts की है? क्लाइमेट चेंज है, न्यूक्लीयर पावर वाल असी जा रहे हैं. असी सोचते हैं कि साढ़े को जिन्ना ज़्यादा न्यूक्लीयर मटीरियल होएगा असी उन्ने ज़्यादा पावरफुल रशिया ते यूक्रेन जो हो रहा है. सो दैट इज ऑल्सो अ न्यूक्लीयर वॉर. न्यूक्लीयर वॉर पावर टैक्टिक्स. हम नेटो की सपोर्ट च आ गया कि तू वो बाद न्यूक्लीयर बम चलाएगा, असी तेन देंगे हैं तो तू चला. तो यहो जी चीज़ों नाल की होंदा है. आई स्ट्रेट अवे स्विच ओवर टू वन ऑफ द स्लाइड. दिस हैपेंस. हिरोशिमा नागासाकी 1945 तो लैके 2007 ਨੂੰ ਜਾ ਕੇ ਉਹ ਨਾਰਮਲਾਈਜ਼ ਹੋਇਆ. ਅਜੇ ਵੀ ਬੱਚੇ ਉੱਥੇ ਡਿਫਾਰਮਿਟੀ ਨਾਲ ਪੈਦਾ ਹੁੰਦੇ. ਕਿੰਨੇ ਸਾਲ ਲੱਗ ਗਏ? ਸ਼ਾਬਾਸ਼ ਮੈਥ ਵਾਲੇ ਬੱਚੇ ਲਗਾਓ, ਮੇਰੀ ਤੇ ਮੈਥ ਕਮਜ਼ੋਰ ਹੈ. ਹਾਊ ਮੈਨੀ ਇਅਰਸ? ਯੂ ਕੈਨ ਵੈਲ ਇਮੈਜਿਨ. ਆਫਟਰ 6 decades, it took 6 decades to get normalcy restored in Hiroshima and Nagasaki. Still there is good lot of जेनेटिक डिफॉर्मिटीज लेकिन पूरी तरह नहीं हुए, लेकिन रिस्टोर करने में कितना टाइम हो गया. तो जे यहो जे न्यूक्लीयर विस्फोट हो गए, यहो जे न्यूक्लीयर बॉम्ब्स जे एक जगह भी चल गए, यू कैन वेल इमेजिन कि कितना ज़्यादा जो है एज डिजास्टर्स कैटास्ट्रोफिक इफेक्ट होगा. सो मेनी थिंग्स आर देयर. नाउ व्हाट इज द रिस्टोरेशन ऑफ इकोसिस्टम?
ਰਿਸਟੋਰੇਸ਼ਨ ਆਫ ਇਕੋਸਿਸਟਮ ਕੀ ਹੈ ਕਿ ਜਿਵੇਂ ਆਪਾਂ ਡਾਕਟਰ ਤੋਂ ਇਲਾਜ ਕਰਾਉਣ ਜਾਂਦੇ ਹਾਂ ਕਿ ਜੀ ਮੇਰੇ ਤੇ ਲੱਤ ਵੱਢੀ ਗਈ, ਮੇਰੇ ਸੱਟ ਵੱਜ ਗਈ, ਉਹਦੇ ਕੀ ਕੋਈ ਗੱਲ ਨਹੀਂ, ਤੇਰੀ ਉਹੋ ਜਿਹੀ ਤੇ ਨਹੀਂ ਬਣਨੀ, ਆਪਾਂ ਮਲਮ ਲਾ ਕੇ ਦਵਾਈ ਲਾ ਕੇ ਇਹਨੂੰ ਥੋੜਾ ਬਹੁਤਾ ਦਰੁਸਤ ਕਰ ਦਿੰਦੇ ਹਾਂ ਕਿ ਤੂੰ ਆਪਣੇ ਜੋਗਾ ਹੋ ਜਾਏ। ਅਸੀਂ ਇਨਵਾਇਰਨਮੈਂਟ ਨੂੰ ਕੀ ਕਰਨਾ ਹੈ, ਰਿਸਟੋਰ ਕਰਨਾ ਹੈ ਕਿ ਇਨਵਾਇਰਨਮੈਂਟ ਪਹਿਲੇ ਆਪਣੇ ਜੋਗੀ ਹੋਏਗੀ ਫਿਰ ਸਾਡੇ ਜੋਗੀ ਹੋਏਗੀ। ਇਨਵਾਇਰਨਮੈਂਟ ਇੰਨੀ ਜ਼ਿਆਦਾ ਖਰਾਬ ਹੋ ਗਈ। ਸੋ ਵਟ ਇਜ਼ ਰਿਸਟੋਰੇਸ਼ਨ? Restoration is getting back the environment, getting back the ecosystem. They are in the normal mode, not the natural mode. In some other mode, जे उत्थे पहले कोई और फसल उगती सी, हुण चलो कुछ और उग जाएगा, लेकिन फसल ते जमीन ते उग जाएगा वही। सो असीं आ चीज़ देखनी है किहड़े-किहड़े फैक्टर से डिपेंड करता है। 4 चीज़ां हैगियां, देखो 3 चीज़ां, रिहैबिलिटेशन, रेक्लेमेशन एंड रिक्रिएशन। आ सारियां चीज़ां की है समझते हैं। वट इज रिहैबिलिटेशन? रिहैबिलिटेशन की है कि ਆਪਾਂ ਇਕੋਸਿਸਟਮ ਜਿਹੜਾ ਕਿ ਖਰਾਬ ਹੋ ਗਿਆ ਸੀਗਾ, ਜਿਹੜੀ ਸੋਇਲ ਖਰਾਬ ਹੋ ਗਈ ਸੀਗੀ, ਉਹਨੂੰ ਦੁਬਾਰਾ ਤੋਂ ਰਿਵਾਈਵ ਕੀਤਾ। ਤੇ ਜਿਵੇਂ ਮੈਂ ਗੱਲ ਕਹੀ ਹੈ ਕਿ ਰਿਵਾਈਵ ਕਰਨ ਤੇ ਹੋ ਸਕਦਾ, ਜਿਵੇਂ ਆਪਾਂ ਕਹਿੰਦੇ ਨੇ ਕਿ ਵੀ ਬੱਚਾ ਪਾਸ ਹੋ ਗਿਆ ਲੇਕਿਨ ਸੇਮ ਸਕੂਲ 'ਚ ਨਹੀਂ ਪਾਸ ਹੋਇਆ ਤਾਂ ਸਕੂਲ ਹੋ ਗਿਆ, ਚਲੋ ਪੜ੍ਹਨ ਲੱਗ ਗਿਆ, ਲੇਕਿਨ ਜਿਹੋ ਜਿਹੇ ਪਹਿਲੇ ਵਧੀਆ ਸਕੂਲ 'ਚ ਪੜ੍ਹਦਾ ਸੀਗਾ ਉੱਥੋਂ ਫੇਲ ਹੋ ਗਿਆ ਤੇ ਮਾੜੇ ਸਕੂਲ 'ਚ ਚਲਾ ਗਿਆ, ਚਲੋ ਆਪਣੇ ਜੋਗਾ ਹੋ ਗਿਆ। ਅਸੀਂ ਇਨਵਾਇਰਨਮੈਂਟ ਨੂੰ ਆਪਣੇ ਜੋਗਾ ਕਰਨਾ ਹੈ। So we have to see to it that the environment is rehabilitated। ਜਿਵੇਂ rehabilitation center ਹੁੰਦੇ ਆ ਨਾ ਬਜ਼ੁਰਗਾਂ ਦੇ, ਬੇਟੇ ਮੇਰੀ ਗੱਲ ਸੁਣ, ਉਹ ਬੇਟੇ ਠੀਕ ਹੈ, ਤੇਰੀ rehabilitation ਹੋ ਜਾਏ, ਠੀਕ ਹੈ, ਸਮਝਦੇ ਗੱਲ? ਠੀਕ ਹੈ, ਕੀ ਗੱਲ ਮੈਂ ਸਮਝਾਈ ਬੇਟੇ? ਜੇ ਤੈਨੂੰ ਸਮਝ ਲੱਗ ਜਾਂਦੀ ਹੈ ਇਹੋ ਜਿਹਾ ਨਹੀਂ ਹੋਣਾ ਸੀ, ਠੀਕ ਹੈ, ਤੁਹਾਡੇ ਵਰਗਿਆਂ ਦਾ ਕਸੂਰ ਹੈ। ਜਾਗਰੂਕ ਰਹੋ, ਅਲਰਟ ਰਹੋ। ਆ ਗੱਲਾਂ ਕਰਨ ਦਾ ਟਾਈਮ ਨਹੀਂ ਹੈ, ਸਮਝਣ ਦਾ ਹੈ, ਇੰਟਰਨਲਾਈਜ਼ ਕਰਨ ਦਾ ਹੈ। ਯੂ ਆਰ ਦਾ ਫਾਊਂਡੇਸ਼ਨ ਆਫ ਫਿਊਚਰਿਟੀ। ਆਉਣ ਵਾਲੇ ਸਮੇਂ ਦੀ ਤੁਸੀਂ ਫਾਊਂਡੇਸ਼ਨ ਹੋ। ਜੇ ਤੁਸੀਂ ਬੇਟੇ ਇਸ ਗੱਲ ਤੇ ਧਿਆਨ ਨਹੀਂ ਦੋਗੇ ਸੋ ਫਿਰ ਆਉਣ ਵਾਲਾ ਟਾਈਮ ਵੀ ਤੁਹਾਡੇ ਤੇ ਧਿਆਨ ਨਹੀਂ ਦੋਗੇ, ਆਪਾਂ ਮਿੱਟੀ ਚ ਹੋ ਜਾਵਾਂਗੇ। ਠੀਕ ਹੈ, ਹੁਣ ਕੀ ਗੱਲ ਹੈ? ਰੀਹੈਬਿਲਿਟੇਸ਼ਨ ਹੈ। ਮੈਂ ਕੀ ਗੱਲ ਕਰ ਰਿਹਾ? ओल्ड एज होम्स है। ओल्ड एज होम्स की है कि ਜਿਹੜੇ यंग ਬੱਚੇ ਆਪਣੇ ਮਾਂ-ਬਾਪ ਦੀ ਕੇਅਰ ਨਹੀਂ ਕਰ ਸਕਦੇ, ਬੋਲਦੇ ਵੀ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਪਰ ਮੈਂ ਤੁਹਾਡਾ ਰਿਗਾਰਡ ਬੜਾ ਕਰਦਾ, ਤੁਸੀਂ ਐਂ ਕਰੋ ਪਾਪਾ ਜੀ ਮੈਂ ਤੁਹਾਡਾ ਖਰਚਾ ਪਾਣੀ ਜਿੰਨਾ ਹੋ ਸਕਦਾ ਭੇਜ ਦਾਂਗਾ, ਬਾਕੀ ओल्ड एज होम ਵਾਲੇ ਪਾ ਦੇਣਗੇ 20% ਮੇਰਾ 80% ਉਹਨਾਂ ਦਾ, ਤੇ ਤੁਸੀਂ ਉੱਥੇ ਚੱਲੋ ਤੇ ਤੁਸੀਂ ਆਪਣੀ ਜ਼ਿੰਦਗੀ ਵੀ ਜੀ ਲੋਗੇ ਤੇ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੋਏਗਾ ਕਿ ਵੀ ਚਲੋ ਤੁਸੀਂ ਮੇਰੀ ਅੱਖਾਂ ਦੇ ਸਾਹਮਣੇ ਇਨ ਵਾਂਟ ਆਫ ਮਨੀ, ਇਨ ਵਾਂਟ ਆਫ ਫੂਡ ਤੁਸੀਂ ਚੱਲੇ। ਸੋ ਆਈਓ ਰੀਹੈਬਿਲਿਟੇਸ਼ਨ ਦਾ ਹੋ ਰਿਹਾ। ਅਸੀਂ ਇਨਵਾਇਰਨਮੈਂਟ ਨੂੰ ਇੱਕ ਨਵੀਂ ਜ਼ਿੰਦਗੀ ਫੂਕੀ ਹੈ, ਭਾਵੇਂ ਵੈਂਟੀਲੇਟਰਸ ਲਗਾ ਕੇ, ਆਕਸੀਜਨ ਲਗਾ ਕੇ ਉਹਨੂੰ ਜਿੰਦਾ ਜਾਗਦਾ ਰੱਖਿਆ। So this is what you call rehabilitation. You can read it there in English, but I have given you the basic crux of what exactly is rehabilitation. Now the next is reclamation. Now reclamation की चीज है? It stabilizes the land, restores sufficient soil to revegetate the land. Revegetate the land की है कि ਅਸੀਂ ਲੈਂਡ ਨੂੰ ਦੁਬਾਰਾ ਤੋਂ ਉਪਜਾਊ ਬਣਾਵਾਂਗੇ, ਠੀਕ ਹੈ, ਲੇਕਿਨ ਆ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਉਹ ਲੈਂਡ ਜਿਹੜੀ ਹੈ ਉਹ ਜੀ ਦੁਬਾਰਾ ਨਿਕਲੇ। ਸੋ ਇਟ ਇਜ਼ ਅ ਕਾਈਂਡ ਆਫ ਰੀਹੈਬਿਲਿਟੇਸ਼ਨ, ਲੇਕਿਨ ਉਹ ਤੋਂ ਇੱਕ ਐਡਵਾਂਸ ਸਟੇਜ ਹੈ ਜਿਹਦੇ 'ਚ ਅਸੀਂ ਉਹਨੂੰ ਦਰੁਸਤ ਕਰ ਰਹੇ ਹਾਂ। ਇਹ ਕਹਿ ਸਕਦੇ ਹੋ ਕਿ ਰੀਹੈਬਿਲਿਟੇਸ਼ਨ ਤੋਂ ਬਾਅਦ ਜਿਹੜੀ ਅਗਲੀ ਸਟੇਜ ਹੈ ਜਦ ਸੋਇਲ ਥੋੜੀ ਥੋੜੀ ਠੀਕ ਹੋਣੀ ਸ਼ੁਰੂ ਹੋਈ, that is called reclamation. Now the next is replacement. After we have learned reclamation, there is a time for replacement. ਹੁਣ ਅਸੀਂ ਸਾਨੂੰ ਪਤਾ ਲੱਗ ਗਿਆ ਕਿ ਵੀ ਇਸ ਜੋ ਕ੍ਰੌਪ ਦੇ ਨਾਲ ਸਿਸਟਮ ਖਰਾਬ ਹੁੰਦਾ ਹੈ, ਇਸ ਕ੍ਰੌਪ ਦੇ ਨਾਲ ਕਿਸਾਨ ਭੁੱਖਾ ਮਰਦਾ ਹੈ, ਛੱਡ ਦਿਓ। ਜੇ ਝੋਨੇ ਵਾਸਤੇ ਪਾਣੀ ਨਹੀਂ ਮਿਲਦਾ ਉਗਾਉਣਾ ਛੱਡ ਦਿਓ। ਆਈ ਐਮ ਸੌਰੀ ਟੂ ਸੇ for few of the farmers who are orthodox and traditional in their practices would find it wrong there in my statement, but I am openly asserting as per the PAU guidelines, if you are finding it difficult to get natural water for irrigating your land, you leave that crop and go on for some other crop which can encash money into your pocket and also prosperity into your life. ਆ ਬੜੀ ਗੱਲ ਜ਼ਰੂਰੀ ਹੈ। ਅਸੀਂ ਨਹੀਂ ਸਮਝਦੇ, ਅਸੀਂ ਜੋ ਸਾਡੇ ਪਿਓ ਦਾਦਿਆਂ ਨੇ ਗਲਤੀ ਕੀਤੀ ਹੈ ਅਸੀਂ ਅੱਖਾਂ ਮੀਚ ਕੇ ਉਹਨੂੰ ਚੱਲ ਰਹੇ ਹਾਂ। ਫਿਰ ਸਾਡੇ ਪੜ੍ਹੇ ਲਿਖੇ ਹੋਣ ਦਾ ਇਸ ਇਨਵਾਇਰਨਮੈਂਟ 'ਚ ਆ ਗੱਲਾਂ ਆ ਭਾਸ਼ਣ ਸੁਣਨ ਦਾ ਕੀ ਫਾਇਦਾ ਜਦ ਅਸੀਂ ਨਵੀਂ ਸੋਚ ਨਹੀਂ ਰੱਖਦੇ। ਅਸੀਂ ਉਹ ਕ੍ਰੌਪਸ ਉਗਾਉਣੀ ਹੈ ਜਿਹੜੇ ਅੱਜ ਦੇ ਹਾਲਾਤਾਂ ਤੇ ਕੰਡੀਸ਼ਨਡ ਹੋਏ ਉੱਥੇ ਖਰੀ ਉਤਰੇ। ਦੈਨ ਦ ਨੈਕਸਟ ਵਨ ਹੀਰੋਸ਼ੀਮਾ ਨਾਗਾਸਾਕੀ, ਤੇ ਅੱਛਾ ਐਗਜ਼ਾਮਪਲ ਹੋ ਗਿਆ। ਰਿਸਟੋਰ ਕਰਨ ਦਾ ਮਾੜਾ ਐਗਜ਼ਾਮਪਲ ਵੀ ਦੇਖ ਲੈਂਦੇ ਹਾਂ। ਕੋਇਟਾ ਪਾਕਿਸਤਾਨ ਦਾ 1935 ਚ ਅਰਥਕੁਏਕ ਆਇਆ ਸੀਗਾ। ਅੱਜ ਤੱਕ ਜਿੱਥੇ ਜਿੱਥੇ ਆਇਆ ਉਹਦਾ ਸੁਧਾਰ ਨਹੀਂ ਹੋਇਆ।
ਵਾਈ ਬਿਕੋਜ਼ ਉੱਥੇ ਅੱਜ ਵੀ ਲੈਂਡਸਲਾਈਡ ਐਸੇ ਕਾਰਨ ਆਉਂਦੇ ਕਿਉਂਕਿ ਅਰਥਕਵੇਕ ਉਦੋਂ ਬੜਾ ਹੈਵੀ ਆਇਆ ਸੀ। ਸੋ ਇਹਦੇ ਵਾਸਤੇ ਕੰਟਰੀਜ਼ ਨੂੰ ਵੀ ਇੱਕ ਚੈਲੰਜ ਲੈਣਾ ਪਏਗਾ, ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ। ਹੁਣ ਸੁਨਾਮੀ ਆਉਂਦੀ ਹੈ ਜਾਪਾਨ ਵਿੱਚ, ਲੇਕਿਨ ਜਾਪਾਨ ਫਿਰ ਰਿਕਵਰ ਕਰ ਦਿੰਦਾ। अब कंट्रीज से भी डिपेंड करता है कि डेवलप्ड कंट्रीज है, अंडर डेवलप्ड है, डेवलपिंग है, अवेयर है। ਆਪਾਂ ਵੀ ਅਵੇਅਰ ਹਾਂ ਕਿ ਨਹੀਂ, ਆਪਾਂ ਵੀ ਗੱਲ ਸੁਣੀ ਅਨਸੁਣੀ ਕਰ ਦਿੰਦੇ, ਇੱਕ ਕੰਨ ਤੋਂ ਕੱਢ ਕੇ ਦੂਸਰੇ ਕੰਨ ਚੋਂ ਬਾਹਰ ਕੱਢ ਦਿੰਦੇ ਹਾਂ। ਸੋ ਇਟਸ ਅਪ ਟੂ ਅਸ that whether we are following the things, whether we are getting the things into our brain, following it or not, ਆ ਗੱਲ ਜ਼ਰੂਰੀ ਹੈ। ਠੀਕ ਹੈ, ਜੇ ਇਸੇ ਤਰ੍ਹਾਂ ਉਹਦਾ ਉਹ ਮਾਸਟਰ ਬੋਲਦਾ ਸੀਗਾ, ਉਹ ਪ੍ਰੋਫੈਸਰ ਬੋਲਦਾ ਸੀਗਾ, ਫਲਾਣਾ ਬੋਲ ਗਿਆ ਫਲਾਣਾ, बेटे जब तक साडा रेवरेंस रिगार्ड अपने टीचर्स, अपने अकैडमिक्स, अपनी पढ़ाई, अपनी नॉलेज प्रति इहो जिहा है, सो फिर नॉलेज भी सानू टिच नहीं करती। यू हैव टू शो रेवरेंस, ਉਹਦਾ ਵੀ ਮਿਊਚੁਅਲ ਇੰਟਰਸਟ ਹੈ। ਜਦ ਆਪਾਂ ਬੱਚੇ ਨੂੰ ਚੰਗੀ ਪਰਵਰਿਸ਼ ਦਿੰਦੇ ਹਾਂ, ਸਾਂਭ ਸੰਭਾਲ ਕਰਦੇ ਹਾਂ, ਉਹਨੂੰ ਪਿਆਰ ਮੁਹੱਬਤ ਨਾਲ ਚੰਗੀਆਂ ਗੱਲਾਂ ਰਿਗਾਰਡ ਕਰਨ ਦਾ ਸਿੱਖਿਆ ਦਿੰਦੇ ਹਾਂ, ਉਹ ਵੀ ਅੱਗੋਂ ਸਾਨੂੰ ਧਿਆਨ ਰੱਖਦਾ ਸਾਡਾ। ਜਿਹੋ ਜਿਹਾ ਫਿਰ ਬੱਚਾ ਦੇਖਦਾ ਉਹੋ ਜਿਹਾ ਕੰਮ ਕਰਦਾ। ਸੋ ਦੇ ਇਟ ਗੈਟਸ ਬੈਕ। ਤੁਸੀਂ ਆਹ ਗੱਲ ਧਿਆਨ 'ਚ ਰੱਖਣੀ ਹੈ। ਸੋ देयर आर 2 एग्जांपल्स, हिरोशिमा एंड नागासाकी। आफ्टर दैट हाउ वी हैव टू टेक केयर ऑफ द एनवायरनमेंट, ओनली 2 or 3 स्लाइड्स आर लेफ्ट। बायोलॉजिकल आर्गूमेंटेशन, बायोलॉजिकल आर्गूमेंटेशन की है, मैं पहले भी गल्लां च किया है, वी हैव टू ऐड नेचुरल सोर्सेज, अर्थवॉर्म्स या फिर साइनोबैक्टीरिया या कुछ ਇਹੋ ਜਿਹੀ ਚੀਜ਼ਾਂ ਅਸੀਂ ਐਡ ਕਰਨੀਆਂ ਜੋ ਨਾਈਟ੍ਰੋਜਨ ਫਿਕਸੇਸ਼ਨ 'ਚ ਐਡ ਕਰ ਜਿਹਦੇ ਵਾਸਤੇ ਸਾਨੂੰ ਇਨਵਾਇਰਨਮੈਂਟ ਦੀ ਹੀ ਮਦਦ ਲੈਣੀ ਪਏ, ਬਾਜ਼ਾਰੋਂ ਕੋਈ ਚੀਜ਼ ਨਾ ਖਰੀਦਣੀ ਪਏ। ਇਹੋ ਜਿਹਾ ਇੱਕ ਸੋਰਸ ਬਣਾਉਣਾ ਹੈ, ਇਹੋ ਜਿਹੀ ਨਰਸਰੀਜ਼, ਇਹੋ ਜਿਹੀ ਪਲਾਂਟੇਸ਼ਨ ਬਣਾਉਣੀ ਹੈ ਜੋ ਕਿ ਸਿਰਫ ਸਾਨੂੰ ਜੋ ਹੈ ਸੈਪਲਿੰਗਸ ਨਾ ਵੇਚਣ, ਇਹੋ ਜਿਹੀਆਂ ਚੀਜ਼ਾਂ ਵੀ ਵੇਚਣ ਜੋ ਕਿ ਸਾਡੀ ਸੋਇਲਸ ਨੂੰ ਰੀਫਰਟੀਲਾਈਜ਼ ਕਰ ਸਕਣ। ਸੋ ਐਟ ਦ ਐਂਡ ਆਈ ਹੈਵ ਗॉट 4 थिंग्स और देयर आर 4 पिक्चर्स कॉरस्पॉन्डिंगली, जो 4 गल्लां लिखियां ਉਹਦੇ कॉरस्पॉन्डिंगली। पहली गल की है रीफॉरेस्टेशन करनी। रीफॉरेस्टेशन ਤੁਸੀਂ ਦੇਖਿਆ ਹੋਣਾ कि फलाने जगह बंदे ने जो है प्लांट्स लगाते, तुसी तो लगा के चले गए, लेकिन मैनू ਇਹਦਾ ਕੀ ਫਾਇਦਾ ਹੋਇਆ? जब तुसी कुछ समय बाद चलो तुसी पढ़ोगे लिखोगे, ਤੁਹਾਡੀ नौकरी लगेगी, बच्चे पैदा होंगे, कल तुसी अपने बच्चों को पढ़ाना होगे, तुसी कहोगे यार कॉलेज ਇਹੋ ਜਿਹਾ ਨਹੀਂ ਸੀਗਾ, ਇੱਥੇ ਤੇ ਖੁੱਲਾ मैदान ਜਿਹਾ ਸੀਗਾ, ਆ पेड़ पौधे दरख्त कितों हो गए हैं, किवें छां 'ਚ बच्चे बैठे हैं, वो छां 'ਚ किवें बैठे हैं, ਜਿਹੜੇ ਅੱਜ ਤੁਹਾਡੀ ਅੱਖਾਂ ਸਾਹਮਣੇ पौधे लगे हैं, वो कल ਨੂੰ फल देंगे, छां देंगे, वो सुकून देंगे अगलियां जनरेशन वास्ते। सो रीफॉरेस्टेशन for protecting the future is very important. Second is get rid of weeds. बेटे weeds ਨੂੰ हटाना है। weeds की है ਜਿਹੜੀ crop नहीं required, ਜਿਵੇਂ ਕਾਂਗਰਸ ਗ੍ਰਾਸ ਹੈ ਉਹ ਗੰਦੀ ਹੈ, ਅਸੀਂ ਜੋ ਹੈ ਸਾਂਭ ਸੰਭਾਲ ਨਹੀਂ ਕਰਦੇ, ਅਸੀਂ ਨਹੀਂ ਸਫਾਈ ਕਰਦੇ, ਅਸੀਂ 10-10 ਦਿਨ ਮਾਲੀ ਹੈ ਉਹ ਨਹੀਂ ਵਾਢੀ ਕਰਦਾ, ਤੇ ਉਹ ਜਿਹੜੀ ਹੈ crop ਇਹੋ ਜਿਹੀ ਉਗਾਉਂਦੀ ਹੈ ਜਿਹੜੀ ਅਨਵਾਂਟਡ ਹੈ। ਨਾ ਤਾਂ ਉੱਥੇ ਕੋਈ ਬੈਠ ਸਕਦਾ ਹੈ, ਨਾ ਉੱਥੇ ਅਸੀਂ ਖੇਡ ਸਕਦੇ ਹਾਂ, ਨਾ ਅਸੀਂ ਉੱਥੇ ਧੁੱਪ ਦਾ ਮਜ਼ਾ ਲੈ ਸਕਦੇ ਹਾਂ, ਨਾ ਛਾਂ ਦਾ ਮਜ਼ਾ ਲੈ ਸਕਦੇ ਹਾਂ। ਸੋ ਵੀਡੀ ਕਲਚਰ ਜੋ ਹੈ ਉਹਨੂੰ ਹਟਾ ਦੇਣਾ ਆਪਾਂ, ਤੇ ਆਪਾਂ ਉਹ ਵੀਡਸ ਨੂੰ ਵੀਡ ਆਊਟ ਕਰਨਾ ਹੈ। ਅਸੀਂ ਦੇਖਦੇ ਰਹਿਣਾ ਹੈ ਕਿ ਇਹੋ ਜਿਹੀ ਕ੍ਰੌਪ ਤੇ ਨਹੀਂ ਹੋ ਰਹੀ ਜੋ ਕਿ ਸਾਰੇ ਦੇ ਸਾਰੇ ਮਿਨਰਲਸ ਤੇ ਚੂਸ ਰਹੀ ਹੈ, ਕਿਹੜੇ ਅਸੈਂਸ਼ੀਅਲ ਕ੍ਰੌਪਸ ਦੇ, ਤੇ ਕੰਮ ਵੀ ਕਿਸੇ ਦੀ ਆ ਰਹੀ। ਸੋ ਯੂ ਹੈਵ ਟੂ ਸੀ ਟੂ ਇਟ। ਦੈਨ ਰੀਵੈਜੀਟੇਸ਼ਨ ਇਜ਼ ਜਸਟ ਲਾਈਕ ਰੀਫੋਰਸਟੇਸ਼ਨ। ਰੀਵੈਜੀਟੇਸ਼ਨ ਉਹ ਜਗ੍ਹਾ ਹੈਗੀ ਹੈ ਜਿੱਥੇ ਨੈਚੁਰਲ ਕਲੈਮਿਟੀਜ਼ ਹੋਈਆਂ, ਉੱਥੇ ਰੀਵੈਜੀਟੇਸ਼ਨ ਕਰਨੀ ਹੈ। ਰੀਵੈਜੀਟੇਸ਼ਨ ਕਰਨ ਵਾਸਤੇ ਇੱਕ ਵਾਰੀ ਹਿਊਮਨ ਐਂਟਰੀ ਬੰਦ ਕਰਨੀ ਪੈਂਦੀ ਹੈ। ਹੁਣ ਅਸੀਂ ਲੇਹ ਲਦਾਖ ਇੰਨਾ ਜਾਣ ਲੱਗ ਗਏ, ਲੇਹ ਲਦਾਖ ਵਰਗੇ ਖੂਬਸੂਰਤ ਸੀਨਿਕ ਡੈਸਟੀਨੇਸ਼ਨ ਵੀ ਹੁਣ ਪੋਲਿਊਟ ਹੋਣ ਲੱਗ ਗਏ। ਕਿਉਂ? ਕਿਉਂਕਿ ਅਸੀਂ ਗੱਡੀਆਂ ਲੈ ਕੇ ਚੜ੍ਹ ਜਾਂਦੇ ਹਾਂ। ਉਸ ਤੋਂ ਬਾਅਦ ਅਸੀਂ ਮਨਾਲੀ ਜਾਂਦੇ ਹਾਂ ਤੇ ਅਸੀਂ ਉੱਥੇ ਭੀੜ ਦਾ ਉੱਥੇ ਹਜੂਮ ਲਗਾ ਦਿੰਦੇ ਹਾਂ, ਤੇ ਅਸੀਂ ਉਹ ਇਨਵਾਇਰਨਮੈਂਟ ਵੀ ਖਰਾਬ, ਪੋਲੀਥੀਨ ਬੈਗਸ ਉੱਥੇ ਸੁੱਟ ਜਾਂਦੇ ਹਾਂ। ਉਹਦਾ ਆਪਾਂ ਕਿਹੜਾ ਇੱਥੇ ਰਹਿਣਾ, 4 ਦਿਨ ਆਏ ਆ, ਟੂਰਿਸਟ ਪੈਕੇਜ ਮਿਲਿਆ, ਆਪਾਂ ਤੇ ਘਰ ਚਲੇ ਜਾਣਾ। ਜੋ ਇਹੋ ਜਿਹਾ ਕਲਚਰ ਹੈ, ਅਸੀਂ ਉੱਥੋਂ ਦੀ ਬਿਊਟੀ ਨੂੰ ਵੀ ਖਰਾਬ ਕਰਦੇ ਹਾਂ, ਉਹਨੂੰ ਵੀ ਹਮੇਸ਼ਾ ਵਸੋ। ਰੀਵੈਜੀਟੇਟ ਮੀਨਸ ਕਿ ਵੀ ਥੋੜੀ ਦੇਰ ਸਾਹ ਦੇਣਾ ਚਾਹੀਦਾ। ਤੁਸੀਂ ਦੇਖਿਆ ਹੋਣਾ ਡਿਊਰਿੰਗ ਕੋਵਿਡ ਗ੍ਰੀਨਰੀ ਵਾਪਸ ਆ ਗਈ, ਇਹੋ ਜਿਹੇ ਕਈ ਪੰਛੀ ਵਾਪਸ ਆਏ ਜਿਨ੍ਹਾਂ ਨੂੰ ਅਸੀਂ ਐਂਡੇਂਜਰਡ ਵੀ ਮੰਨ ਚੁੱਕੇ ਸੀਗੇ, ਸਾਨੂੰ ਲੱਗਦਾ ਸੀਗਾ ਉਹ ਕਦੀ ਜਿੰਦਾ ਹੈ ਹੀ ਨਹੀਂ, ਵਲਨਰੇਬਲ ਹੈ, ਐਂਡੇਂਜਰਡ ਹੈ, ਐਕਸਟਿੰਕਟ ਹੀ ਨਾ ਹੋ ਗਏ ਹੋਣ। ਉਹਨਾਂ ਦੀ ਆਵਾਜ਼ਾਂ ਵੀ ਸਾਨੂੰ ਸੁਣਨ ਨੂੰ ਮਿਲੀਆਂ। ਐਸਾ ਮਤਲਬ ਕੀ ਹੈ, ਜਦ ਅਸੀਂ ਆਪਣੇ ਘਰਾਂ 'ਚ ਆਈਸੋਲੇਟ ਹੋ ਕੇ ਬੈਠੇ, ਸੋ ਜਿਹੜੇ ਦੱਬੇ ਕੁਚਲੇ ਡਰ ਦੇ ਬਾਰੇ ਪੰਛੀ ਬੈਠੇ ਹੋਏ ਸੀਗੇ ਜੰਗਲਾਂ 'ਚ, ਉਹ ਸ਼ਹਿਰਾਂ ਦੇ ਵਿੱਚ ਆ ਗਏ, ਉਹਨਾਂ ਨੂੰ ਵੀ ਇੱਕ ਹਵਾ ਮਿਲੀ, ਆਬੋ ਹਵਾ ਮਿਲੀ, ਉਹਨਾਂ ਦੀ ਆਵਾਜ਼ਾਂ ਸਾਨੂੰ ਸੁਣਨ ਨੂੰ ਮਿਲੀਆਂ। ਅਸਮਾਨ ਵੀ ਸਾਨੂੰ ਨੀਲਾ ਦਿਖਣ ਲੱਗ ਗਿਆ ਜਦ ਅਸੀਂ ਇਨਵਾਇਰਨਮੈਂਟ ਨੂੰ ਸਾਹ ਲੈਂਦੇ। ਸੋ ਇਟ ਇਜ਼ ਹਾਈ ਟਾਈਮ ਫॉर ਅਸ ਟੂ ਅੰਡਰਸਟੈਂਡ that let the environment breathe,
ਸਾਨੂੰ ਕਿਤੇ ਕਿਤੇ ਬ੍ਰੇਕ ਵੀ ਦੇਣੀ ਚਾਹੀਦੀ ਹੈ। ਸਾਰਾ ਸਾਲ ਅਸੀਂ ਟੂਰ ਹੀ ਨਾ ਕਰਦੇ ਰਹੀਏ, ਕਿਸੇ ਕਿਸੇ ਅਸੀਂ ਟੂਰਿਸਟ ਡੈਸਟੀਨੇਸ਼ਨ ਨੂੰ ਸਾਹ ਵੀ ਲੈਂਦੇ ਹਾਂ। ਸੋ ਤਾਂ ਹੀ ਉਹ ਫਿਊਚਰ 'ਚ ਵੀ ਰਹੇਗਾ। ਲਾਸਟ ਵਿੱਚ ਕੀ ਹੈ, ਕ੍ਰੀਏਟਿੰਗ ਸਪੇਸ ਫॉर ਡੇ ਲਾਈਟਿੰਗ ਸਟ੍ਰੀਮਸ। ਡੇ ਲਾਈਟਿੰਗ ਸਟ੍ਰੀਮਸ ਕੀ ਇਹੋ ਜਿਹੇ ਝਰਨੇ, ਇਹੋ ਜਿਹੇ ਵਾਟਰ ਸੋਰਸਿਸ ਸਾਨੂੰ ਪੈਦਾ ਕਰਨੇ ਚਾਹੀਦੇ, ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਤਾਂ ਕਿ ਦੇਖੋ ਸਪਰਿੰਗ ਵਾਟਰ ਪਹਿਲੇ ਜਿਹੜਾ ਪਹਾੜਾਂ 'ਚ ਮਿਲਦਾ ਸੀਗਾ, ਲੋਕੀ ਬਿਨਾਂ ਕਿਸੇ ਰਿਵਰਸ ਆਸਮੋਸਿਸ ਤੋਂ ਉਹਨੂੰ ਪੀ ਲੈਂਦੇ ਕਿਉਂਕਿ ਇੰਨਾ ਜ਼ਿਆਦਾ ਪਿਓਰ ਹੁੰਦਾ। ਲੇਕਿਨ ਅਸੀਂ ਉੱਪਰ ਜਾ ਕੇ ਉਹਨੂੰ ਵੀ ਜਾ ਕੇ ਪੋਲਿਊਟ ਕਰ ਰਹੇ। ਕਿਵੇਂ ਪੋਲਿਊਟ ਕਰ ਰਹੇ? ਅਸੀਂ ਸਭ ਤੋਂ ਉੱਪਰ ਜਾ ਕੇ ਡਿਸਟਿਲਰੀਜ਼ ਲਗਾਤੀਆਂ, ਸ਼ਰਾਬ ਦੀਆਂ ਫੈਕਟਰੀਜ਼ ਲਗਾਤੀਆਂ। ਅਸੀਂ ਉੱਥੇ ਜਾ ਕੇ ਰਮ ਬਣਾਉਣੀ ਸ਼ੁਰੂ ਕਰਤੀ ਜਾਂ ਉੱਥੋਂ ਦੀ ਸ਼ਰਾਬ ਬਣਾਉਣੀ ਸ਼ੁਰੂ ਕਰਤੀ। ਕਿਉਂ? ਕਿਉਂਕਿ ਸਪਰਿੰਗ ਵਾਟਰ ਨਾਲ ਬਹੁਤ ਅੱਛੀ ਬਣਦੀ ਹੈ। ਅਤੇ ਉਸ ਤੋਂ ਬਾਅਦ ਜਿਹੜਾ ਉਹਦਾ ਵੇਸਟ ਸੀਗਾ ਅਸੀਂ ਉੱਥੇ ਸੁੱਟਤਾ ਅਤੇ ਅਸੀਂ ਉਹ ਵੀ ਖਰਾਬ ਕਰਤਾ। ਸੋ ਅਸੀਂ ਡੇ ਲਾਈਟਿੰਗ ਸਟ੍ਰੀਮਸ ਆ, ਉਹਨਾਂ ਨੂੰ ਬਚਾਉਣਾ ਹੈ। ਲੈਟ ਅਸ ਮੇਕ ਦਾ এনवायरमेंट ਨੈਚੁਰਲ। ਜੋ ਉਹਦਾ ਨਾਮ ਹੈ ਨਾ ਨੈਚੁਰਲ, ਉਹਨੂੰ ਨੈਚੁਰਲ ਹੀ ਰੱਖਣਾ ਚਾਹੀਦਾ। ਉਹਦੇ 'ਚ ਆਪਣਾ ਦਿਮਾਗ ਉੱਥੋਂ ਤੱਕ ਲਗਾਓ ਜਿਹਦੀ ਉਹਦੀ ਬਚਤ ਹੋ ਸਕੇ। ਉਹਨੂੰ ਪੋਲਿਊਟ ਕਰਨ ਵਾਸਤੇ ਸਾਨੂੰ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ। ਲੈਕਚਰ ਸੀਗਾ ਬੇਟੇ। ਆਈ ਹੋਪ ਥਿੰਗਸ ਵਰ ਪ੍ਰੀਟੀ ਕਲੀਅਰ ਐਂਡ ਮੋਰ ਔਰ ਲੈਸ ਆਈ ਕੁਡ ਕਨੈਕਟ ਵਿਦ ਯੂ although it is not my area of interest and my area of teaching. So it was given to me. I took it as a kind of learning where I took the help of my own daughter for getting the inputs for what exactly is ecosystem. ਤੇ ਤੁਹਾਨੂੰ ਇਸ ਤੋਂ ਜ਼ਿਆਦਾ ਗੱਲ ਪਤਾ ਹੈ ਤੇ ਫਿਰ ਮੈਂ ਤੁਹਾਡੇ ਤੋਂ ਕੁਝ ਸਿੱਖਾਂਗਾ। ਤੁਸੀਂ ਇੱਥੇ ਆ ਕੇ ਕੁਝ ਬੋਲ ਲੈਣਾ। ਜੇ ਤੁਸੀਂ ਮੇਰੇ ਤੋਂ ਕੁਝ ਪੁੱਛਣਾ, ਜੇ ਮੈਨੂੰ ਆਉਂਦਾ ਹੋਇਆ ਤੇ ਮੈਂ ਜ਼ਰੂਰ ਦੱਸਾਂਗਾ। ਐਨੀਵਨ if you have got any query, any doubt, any inquisitive question which is popping up into your mind, if you wish to ask, you can always go for it. कोई है भी सवाल? ये सारे सवाल क्लियर है? चलो जी, सारे सवाल क्लियर है। So it is so good that things were conveyed to you there in a proper way. So आशा करता हूँ कि बेटे आ गल्लां नूं तुसीं सुनोगे ਤੇ ਇਹਦੇ ਅਮਲ ਵੀ ਕਰੋਗੇ ਕਿਉਂਕਿ ਸੁਣ ਕੇ ਬਾਹਰ ਜਾ ਕੇ ਇਹਦਾ ਜੋ ਇੰਟਰਨਲਾਈਜੇਸ਼ਨ ਸਿਰਫ 40% ਹੋਏਗਾ। 60% ਜੋ ਹੈ ਉਹ ਸਾਡੇ ਭੁੱਲ ਜਾਏਗੇ। 40% ਵੀ ਯਾਦ ਰਹੇ, ਸ਼ਾਇਦ ਇਨਵਾਇਰਨਮੈਂਟ 40% ਦੀ ਰੇਂਜ ਵੀ ਮਿਲ ਜਾਏ, ਬਹੁਤ ਵੱਡੀ ਗੱਲ ਹੈ। ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਲੈਕਚਰ ਨੂੰ ਵਿਰਾਮ ਦਿੰਦਾ ਅਤੇ ਡਾਕਟਰ ਦਿਵਿਆ ਜੋਤੀ ਰਿਕੁਐਸਟ ਕਰਦਾ ਕਿ ਸਟੇਜ ਤੇ। ਥੈਂਕ ਯੂ ਸੋ ਮਚ। Thank you so much sir for such an impressive talk. ਜਦੋਂ ਸਾਇੰਸ ਐਗਜ਼ੀਬਿਸ਼ਨ ਦੇ ਵਿੱਚ ਮੈਂ ਨੈਸ਼ਨਲ ਲੈਵਲ ਦੀ ਸਾਇੰਸ ਐਗਜ਼ੀਬਿਸ਼ਨ ਦੇ ਵਿੱਚ ਫਸਟ ਟਾਈਮ ਗਈ, ਉੱਥੇ ਕੁਝ ਲਾਈਨਾਂ ਪੜ੍ਹੀਆਂ ਜਿਹੜੀਆਂ ਅੱਜ ਤੱਕ ਵੀ ਯਾਦ ਨੇ। मैंने सुना मैं भूल गया, मैंने सुना मैं भूल गया, मैंने देखा कुछ याद रहा, मैंने करके देखा मैं कभी नहीं भूला। मीनस ਜਦੋਂ ਆਪਾਂ ਆਪਣੀਆਂ ਜਿੰਨੀਆਂ ਜ਼ਿਆਦਾ ਸੈਂਸਿਸ ਯੂਜ਼ ਕਰਦੇ ਆ ਉਦੋਂ ਚੀਜ਼ਾਂ ਦਿਮਾਗ 'ਚ ਜ਼ਿਆਦਾ ਰਹਿੰਦੀਆਂ, ਫਿਰ ਆਪਣਾ ਬ੍ਰੇਨ ਐਕਟੀਵੇਟ ਹੁੰਦਾ ਹੈ ਐਂਡ ਵੀ ਇੰਡਲਜ ਆਰਸੈਲਵਸ ਇਨਟੂ ਐਕਸ਼ਨਸ। ਤੇ ਅੱਜ ਕੋਸ਼ਿਸ਼ ਇੱਥੇ ਇਹੀ ਚੱਲ ਰਹੀ ਹੈ ਕਿ ਥੋੜ੍ਹੀਆਂ ਉਹ ਸੈਂਸਿਸ ਐਕਟੀਵੇਟ ਹੋਣ ਤੇ ਇਹ এনवायरमेंट ਨੂੰ ਬਚਾਉਣ ਦੇ ਲਈ ਇੱਕ ਵਨ ਆਫ ਦ ਬਿਗਰ ਇਨਪੁਟਸ ਦੇ ਵਿੱਚੋਂ ਇੱਕ ਮੈਨੂੰ ਲੱਗਦਾ ਕਿ ਇਹ ਜਿਹੜਾ ਇਵੈਂਟ ਹੈ ਇਹ ਹੋਣਾ ਚਾਹੀਦਾ ਹੈ। ਮੈਂ ਅਗਲਾ ਸੱਦਾ ਮੰਚ 'ਤੇ ਦਿੰਦੀ ਹਾਂ ਡਾਕਟਰ ਸੁਭਾਸ਼ ਚੰਦਰ ਜੀ। थैंक यू प्रिंसिपल साहब, मेरे कलीग्स, प्यारे विद्यार्थियों। डॉक्टर साहब ने आपके लेक्चर सब कुछ क्लीयर करता, मेरे कहने को छड्डे ही उन्होंने। तो हम तुम भी ये सोच रहे होंगे जो टाइम ज़्यादा हो गया तो एक होर इन्नी देर बैठना नहीं पएगा, 2-4 मिनट की सिर्फ गल्लां करनियां तुहाडे नाल। कोई लैक्चर नहीं है, सिर्फ जनरल जी गल्लां। एक्चुअली की है अपनी जी प्रकृति है ये सिरजनहारे ने बड़ी सुंदर सिरजी, बड़े सुंदर पहाड़, बड़े सुंदर पक्षी, हर एक सीनिक व्यू साडे वास्ते इन्ने वधिया बनाए गए सी, हर चीज़ साडे वास्ते बनी सी। पर असी उस नूं आपदे फायदिਆਂ वास्ते हौली हौली नुकसानना शुरू करता, जिहदे करके प्रकृति साडे तो तंग हो गई ते ਉਹਨੇ उसके बदले लेने शुरू कर। जिवें कि सर ने बहुत सारिया एग्जाम्पल्स दित्तियां, इस करके हर एक हर चीज़ आपस में जुड़ी हुई है। जिवें हुण कुछ बच्चे बैठे हैं तो जो स्कूल 100 के करीब स्टूडेंट्स बैठे हैं तो सारे ही लैक्चर तो सेम चल रहा है, पर किसी को समझ आ रही, किसी को समझ आ ही नहीं रही, क्योंकि जो तुसी सोच के बैठते हो वही तुहाडे नाल हुंदा। जिंदगी च भी उवें ही है, जे जिंदगी च तुसी सोचा
ਵੀ ਮੈਂ ਕੁਝ ਪੋਜ਼ਿਟਿਵ ਕਰਨਾ ਹੈ ਤੇ ਗ੍ਰਹਿਣ ਕਰਨਾ ਹੈ ਤਾਂ ਤੁਹਾਨੂੰ ਉਹ ਗ੍ਰਹਿਣ ਹੋਊਗਾ। ਜੇ ਤੁਸੀਂ ਸੋਚ ਲਿਆ ਵੀ ਮੈਂ ਕੁਝ ਗ੍ਰਹਿਣ ਹੀ ਨਹੀਂ ਕਰਨਾ, ਵੈਸੇ ਹੀ ਬੈਠਣਾ ਹੈ, ਤਾਂ ਕੁਝ ਨਹੀਂ ਪੱਲੇ ਪੈਣਾ ਤੁਹਾਨੂੰ। ਇਸੇ ਕਰਕੇ ਹੁਣ ਈਕੋ ਸਿਸਟਮ ਵਾਲੇ ਈਕੋ ਕਲੱਬਸ ਬਣਾਉਣੇ ਯੂਨੀਵਰਸਿਟੀਜ਼ ਕਾਲਜਸ ਦੇ ਵਿੱਚ ਇਸੇ ਕਰਕੇ ਸ਼ੁਰੂ ਕੀਤੇ ਹੈ ਵੀ ਯੂਥ ਨੂੰ ਸਮਝ ਆਵੇ ਵਾਤਾਵਰਨ ਨੂੰ ਸੰਭਾਲਣਾ ਕਿਵੇਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਾਡੇ ਪੁਰਖਿਆਂ ਤੋਂ ਗਲਤੀਆਂ ਹੋ ਗਈਆਂ, ਉਹ ਗਲਤੀਆਂ ਅਸੀਂ ਨਾ ਕਰੀਏ ਤਾਂ ਜੋ ਆਉਣ ਵਾਲੀਆਂ ਜਨਰੇਸ਼ਨਸ ਨੂੰ ਕੋਈ ਨੁਕਸਾਨ ਨਾ ਪਹੁੰਚੇ, ਆਉਣ ਵਾਲੇ ਸਮੇਂ ਦੇ ਵਿੱਚ ਰੀਸਟੋਰੇਸ਼ਨ ਸਾਰੀ ਪ੍ਰੋਪਰ ਹੋ ਜਾਵੇ। ਤਾਂ ਹੁਣ ਜਿਹੜਾ ਈਕੋ ਕਲੱਬ ਦੀ ਅੱਜ ਆਪਾਂ ਸਥਾਪਨਾ ਕੀਤੀ ਹੈ, ਜਿਸ ਦੀ ਫਾਰਮਲ ਅਨਾਉਂਸਮੈਂਟ ਸਾਡੇ ਪ੍ਰਿੰਸੀਪਲ ਸਾਹਿਬ ਕਰਨਗੇ, ਉਸ ਦੇ ਵਿੱਚ ਅਸੀਂ ਕੀ ਕਰਨਾ ਹੈ, ਉਸ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿੱਤੀ ਹੈ ਥਿਓਰੀਟੀਕਲ ਨੌਲੇਜ। ਥਿਓਰੀਟੀਕਲ ਨੌਲੇਜ ਤੋਂ ਬਾਅਦ ਸਾਰੇ ਪ੍ਰੈਕਟੀਕਲ ਐਸਪੈਕਟਸ ਹੈ। ਸੈਕਿੰਡ ਨੰਬਰ ਤੇ ਤੁਸੀਂ ਉਸ ਨੂੰ ਪ੍ਰੈਕਟੀਕਲੀ ਸਮਝੋਗੇ, ਵਾਤਾਵਰਨ ਦੇ ਵਿੱਚ ਲਿਵਿੰਗ ਆਰਗੈਨਿਜ਼ਮਸ ਕਿਹੜੇ ਹੈ, ਨਾਨ ਲਿਵਿੰਗ ਆਰਗੈਨਿਜ਼ਮਸ ਕਿਹੜੇ ਹੈ, ਉਹਨਾਂ ਨੂੰ ਕਿਵੇਂ ਰਿਸਟੋਰ ਕੀਤਾ ਜਾ ਸਕਦਾ ਹੈ। ਫਿਰ ਉਸ ਤੋਂ ਬਾਅਦ ਉਹ ਆਪਾਂ ਉਹੀ ਸਾਰੇ ਚੀਜ਼ਾਂ ਇੱਕ ਪ੍ਰੈਕਟੀਕਲ ਪ੍ਰੋਜੈਕਟ ਦੇ ਤੌਰ ਤੇ ਸੋਸਾਇਟੀ ਨੂੰ ਦੇਣੀ ਹੈ, ਸੋਸਾਇਟੀ ਨੂੰ ਸਮਝਾਉਣਾ ਉਹਦੇ ਬਾਰੇ। ਇਸ ਤਰੀਕੇ ਨਾਲ ਸਟੈਪ ਬਾਈ ਸਟੈਪ ਈਕੋ ਕਲੱਬਸ ਇੰਟਰੋਡਿਊਸ ਕਰਕੇ ਅਸੀਂ ਵਾਤਾਵਰਨ ਨੂੰ ਸੰਭਾਲਣਾ। ਹੁਣ ਜ਼ਿਆਦਾ ਤੁਹਾਡਾ ਸਮਾਂ ਨਾ ਲੈਂਦੇ ਹੋਏ ਮੈਂ ਇੱਥੇ ਹੀ ਤੁਹਾਨੂੰ ਸਾਰਿਆਂ ਨੂੰ ਮਤਲਬ ਆਪਣੀ ਬਾਣੀ ਨੂੰ ਵਿਰਾਮ ਦੇਣਾ ਤੇ ਆਸ ਕਰਦਾ ਕਿ ਈਕੋ ਕਲੱਬ ਨੂੰ ਅਸੀਂ ਸਕਸੈਸਫੁਲੀ ਚਲਾਵਾਂ। ਥੈਂਕ ਯੂ। मैं गुजारिश करती हाँ इस संस्था के बॉडी डॉक्टर परमिंदर सिंह तग्गड़ नूं कि वो आके अपने विचार साडे नाल सांझे करें। बहुत ही सत्कारयोग मेरे सहकर्मी प्रोफैसर साहबान ते साइंस स्ट्रीम नाल जुड़े हुए एग्रीकल्चर मैडिकल नॉन मैडिकल इन्हां विषयां नाल जुड़े हुए प्यारे विद्यार्थी, जिवें कि पहला गल हो चुकी है कि इंटरनेशनल लैवल पे ईको सिस्टम नूं संभालण वास्ते यतन होए, अर्थ समिट होया, उदों तो साडी इकोलॉजी नूं संभालण दीयां गल्लां चलियां, फिर वो गल्लां नैशनल लैवल ते आईयां, नैशनल लैवल तो फिर स्टेट लैवल ते आईयां और स्टेट लैवल ते पंजाब स्टेट का जिहड़ा प्रोजैक्ट हैगा वो साडी पंजाबी यूनिवर्सिटी के zoology डिपार्टमेंट को मिलिया हुआ। उस तहत ही ये हदायत हुई कि हरेक संस्था के विचों एक नोडल ऑफिसर बनाया जाए, उस तो बाद ईको क्लब्स स्थापित कीतियां जान और उन्होंने ईको क्लब्स राही विद्यार्थियों को वातावरण प्रति जागरूक किया जाए तो अगे जाके वो विद्यार्थी अपने पिंडों च, अपने कस्बों च, अपने वार्डों के लोगों को जागरूक कर सकन। सो उस सिलसिले के तहत साडे इस कॉलेज लई जो असी नॉमिनेट किया नोडल ऑफिसर वो सी इंजीनियर अर्शदीप बराड़, उन्होंने ये जिम्मेवारी लाई गई और उस लड़ी के तहत अज का ये प्रोग्राम जोड़ा है वो उलीकिया गया, क्योंकि यूनिवर्सिटी की हदायत ये सी कि 31 मार्च तो पहला तुसी ईको क्लब की फॉर्मेशन जी है वो करो तो कोई ना कोई एनवायरनमेंट नाल संबंधित प्रोग्राम विद्यार्थियों नाल साझा करो। सो अज जो ईको क्लब असी अपने इस कॉलेज स्थापित करनी है उसका नाम जिहड़ा है वो तुहाडे सामने मैं रखण जा रहा। उस क्लब का नाम होएगा गंगसर ईको क्लब। गंगसर का संबंध जैतो के नाल असी उस इतिहासिक शब्द को ही अपनी ईको क्लब के नाल जोड़ लिया, क्योंकि तुहानूं पता होना है कि रेलवे स्टेशन के ऊपर जो नाम लिखा हुआ है वो गंगसर जैतो लिखा हुआ है। सो गंगसर शब्द को असी अडाप्ट करते हैं और साडा जो क्लब होएगा ईको क्लब उसका नाम होएगा गंगसर ईको क्लब। ਉਹਦੀ ਫਾਰਮੇਸ਼ਨ ਦੇ ਵਿੱਚ ਕੀ ਅੱਗੇ ਐਕਟੀਵਿਟੀਜ਼ ਹੋਣੀਆਂ ਉਹ ਅੱਗੇ अर्शदीप बराड़ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗਸ ਵੀ ਕਰਨਗੇ ਔਰ ਕਿਸ ਤਰ੍ਹਾਂ ਤੁਹਾਡੇ ਕਲਸਟਰ ਬਣਾਏ ਜਾਣੇ, ਗਰੁੱਪ ਬਣਾਏ ਜਾਣੇ ਆ ਉਹ ਵੀ ਬਣਾਉਣਗੇ। ਜਿਹੜੀ ਗੱਲ
ਇਕੋਲੋਜੀ ਦੇ ਸੰਬੰਧਿਤ ਅੱਜ ਬਹੁਤ ਖੂਬਸੂਰਤ ਲੈਕਚਰ ਡਾਕਟਰ ਸਮਰਾਟ ਖੰਨਾ ਹੋਰਾਂ ਨੇ ਦਿੱਤਾ। ਸਭ ਤੋਂ ਪਹਿਲਾਂ ਮੈਂ ਉਸ ਖੂਬਸੂਰਤ ਲੈਕਚਰ ਲਈ ਆਪਣੇ ਇਸ ਬਹੁਤ ਪਿਆਰੇ ਸਹਿਕਰਮੀ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਦਾ ਧੰਨਵਾਦ ਕਰਦਾ। ਤੁਸੀਂ ਹੈਰਾਨ ਹੋਵੋਗੇ ਕਿ ਇਹਨਾਂ ਨੂੰ ਇਹ ਅਸਾਈਨਮੈਂਟ ਕੱਲ੍ਹ ਦਿੱਤੀ ਗਈ ਸੀ। ਕੱਲ੍ਹ ਇਹਨਾਂ ਨੂੰ ਕਿਹਾ ਸੀ ਕਿ 10 ਮਿੰਟ ਤੁਸੀਂ ਵਿਦਿਆਰਥੀਆਂ ਨਾਲ ਇਕੋਸਿਸਟਮ ਬਾਰੇ ਗੱਲ ਕਰਨੀ ਹੈ, ਔਰ ਮੈਨੂੰ ਨਹੀਂ ਸੀ ਪਤਾ ਕਿ ਇੰਨੇ ਪੈਸ਼ਨ ਨਾਲ, ਇੰਨੇ ਸੋਹਣੇ ਢੰਗ ਨਾਲ ਇੱਕ ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਣਗੇ। ਸੋ ਹਮੇਸ਼ਾ ਹੀ ਸਾਨੂੰ ਆਪਣੇ ਅਜਿਹੇ ਸਹਿਕਰਮੀਆਂ 'ਤੇ ਮਾਣ ਰਹਿੰਦਾ ਹੈ। ਬਹੁਤ ਸਾਰੇ ਗੁਣ ਹੁੰਦੇ ਨੇ ਬੰਦਿਆਂ 'ਚ, ਉਹ ਗੁਣ ਪਛਾਣਨੇ ਪੈਂਦੇ ਨੇ। ਇਸੇ ਤਰ੍ਹਾਂ ਹੀ ਅਸੀਂ ਜਿਹੜਾ ਇਕੋ ਕਲੱਬ ਦਾ ਜਿਹੜਾ ਕਨਸੈਪਟ ਸੀਗਾ, ਜਿਸ ਬੰਦੇ ਦਾ ਇੰਟਰਸਟ ਆ ਉਹਦੇ ਵਿੱਚ, ਅਸੀਂ ਉਸੇ ਨੂੰ ਹੀ ਉਹ ਜ਼ਿੰਮੇਵਾਰੀ ਸੌਂਪਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ। ਜੇਕਰ ਉਸ ਸਪੇਸ ਦਾ ਬੰਦਾ ਨਾ ਹੋਵੇ ਫਿਰ ਕਿਸੇ ਹੋਰ ਨੂੰ ਜ਼ਿੰਮਾ ਜਿਹੜਾ ਉਹ ਦਿੱਤਾ ਜਾ ਸਕਦਾ। ਸੋ ਅਸੀਂ ਆਪਣੇ ਕਾਲਜ ਦੇ ਵਿੱਚ ਕਾਫੀ ਕੋਸ਼ਿਸ਼ ਕੀਤੀ ਹੈ ਕਿ ਅੱਛੇ ਪਲਾਂਟਸ ਲਾਏ ਜਾਣ, ਔਰ ਅਸੀਂ ਇਹ ਵੀ ਦੇਖਿਆ ਕਿ ਜਿਹੜੇ ਟ੍ਰੈਡੀਸ਼ਨਲ ਪਲਾਂਟ ਅਸੀਂ ਲਾਏ ਹੈ ਉਹ ਬਹੁਤ ਜ਼ਿਆਦਾ ਡਿਵੈਲਪ ਹੋਏ ਹੈ, ਕਿਉਂਕਿ ਸਾਡੀ ਧਰਤੀ ਜਿਹੜੀ ਹੈ ਉਹ ਉਹਨਾਂ ਨੂੰ ਐਕਸੈਪਟ ਕਰਦੀ ਹੈ। ਇੱਥੇ ਸਾਡੇ ਇੱਕ ਸਾਬਕਾ ਰਜਿਸਟਰਾਰ ਹੁੰਦੇ ਸੀ ਡਾਕਟਰ ਮਨਜੀਤ ਸਿੰਘ, ਉਹ ਇੱਕ ਵਾਰ ਇੱਕ ਕਾਲਜ ਦੇ ਵਿੱਚ ਵਿਜ਼ਿਟ ਕੀਤਾ ਉਹਨਾਂ ਨੇ, ਤਾਂ ਉਹ ਕਹਿ ਰਹੇ ਸੀ ਕਿ ਸਾਨੂੰ ਜਿਹੜੇ ਇਸ ਤਰ੍ਹਾਂ ਦੇ ਆਰਟੀਫਿਸ਼ੀਅਲ ਜਿਹੇ ਪਲਾਂਟ ਜਾਂ ਜਿਹੜੇ ਸਜਾਵਟੀ ਪਲਾਂਟ ਲਾਉਣ ਦੀ ਬਜਾਏ ਟ੍ਰੈਡੀਸ਼ਨਲ ਪਲਾਂਟ ਜਿਹੜੇ ਉਹ ਲਾਉਣੇ ਚਾਹੀਦੇ ਆ। ਜਾਮਣ ਲਾਉਣੀ ਚਾਹੀਦੀ ਹੈ, ਕੋਈ ਫਰੂਟ ਪਲਾਂਟ ਹੋਰ ਜਿਹੜੇ ਆ ਉਹ ਲਾਉਣੇ ਚਾਹੀਦੇ ਆ, ਸਾਨੂੰ ਉਹਦਾ ਫਾਇਦਾ ਵੀ ਹੋਵੇ, ਛਾਂ ਵੀ ਮਿਲੇ, ਸਾਨੂੰ ਫਰੂਟ ਵੀ ਮਿਲੇ। ਉਸੇ ਕਨਸੈਪਟ ਦੇ ਤਹਿਤ ਅਸੀਂ ਕੋਸ਼ਿਸ਼ ਕੀਤੀ। ਪਿਛਲੇ ਵਾਰ ਅਸੀਂ ਕੋਈ 70-75 ਫਲਦਾਰ ਪੌਦੇ ਸਾਨੂੰ ਡੋਨੇਟ ਕੀਤੇ ਇੱਕ NRI ਨੇ, ਸਰਦਾਰ ਜਸਵਿੰਦਰ ਸਿੰਘ ਬਰਾੜ ਨੇ, ਅਸੀਂ ਉਹ ਲਾਏ। ਲੇਕਿਨ ਧਰਤੀ ਦੀ ਕੁਝ ਮਿੱਤਰਤਾ ਇਸ ਕਿਸਮ ਦੀ ਹੈ ਕਿ ਉਹ ਉਸ ਢੰਗ ਨਾਲ ਨਹੀਂ ਚੱਲ ਪਾਏ। ਬਹੁਤ ਥੋੜ੍ਹੇ ਪਲਾਂਟਸ ਜਿਹੜੇ ਹੈਗੇ ਆ ਉਹਦੇ ਵਿੱਚੋਂ ਚੱਲ ਸਕੇ ਆ, ਬਾਕੀ ਪਲਾਂਟਸ ਜਿਹੜੇ ਅਜੇ ਚੱਲਣ ਦੀ ਸਥਿਤੀ ਦੇ ਵਿੱਚ ਨਹੀਂ ਹੈਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਪਲਾਂਟ ਵੀ ਜਿਹੜੇ ਆ ਚੱਲ ਸਕਣ। ਪਿਆਰੇ ਵਿਦਿਆਰਥੀਓ, ਇਹ ਜੋ ਸਿਸਟਮ ਸਾਡਾ ਅਸੀਂ ਖਰਾਬ ਕੀਤਾ ਹੈ, ਵਾਤਾਵਰਨ ਜਿਹੜਾ ਅਸੀਂ ਖਰਾਬ ਕੀਤਾ ਹੈ, ਇਹ ਤਰੱਕੀ ਦੇ ਨਾਂ 'ਤੇ ਹੀ ਹੋਇਆ। ਅਸੀਂ ਮਨੁੱਖ ਜਿਹੜਾ ਹੈ ਹਮੇਸ਼ਾ ਤਰੱਕੀ ਚਾਹੁੰਦਾ ਹੈ। ਤਰੱਕੀ ਕਰਨ ਦੇ ਮਾਮਲੇ 'ਚ ਅਸੀਂ ਖੇਤੀ ਦੇ ਵਿੱਚ ਤਰੱਕੀ ਕਰਨ ਲਈ ਅਸੀਂ 1960 ਦੇ ਵਿੱਚ ਹਰਾ ਇਨਕਲਾਬ ਜਿਹੜਾ ਜਦੋਂ ਆਇਆ, ਉਸ ਤੋਂ ਬਾਅਦ ਹੀ ਪੈਸਟੀਸਾਈਡਸ ਆਈਆਂ, ਉਸ ਤੋਂ ਬਾਅਦ ਹੀ ਰੇਹਾਂ ਸਪਰੇਆਂ ਸਾਰਾ ਸਿਸਟਮ ਜਿਹੜਾ ਹੈ ਉਹ ਆਇਆ, ਜਿਹਦੇ ਕਰਕੇ ਝਾੜ ਤਾਂ ਸਾਡਾ ਬਹੁਤ ਵੱਧ ਗਿਆ, ਲੇਕਿਨ ਅਸੀਂ ਜਿਹੜਾ ਅੱਛਾ ਫੂਡ ਸੀਗਾ ਉਹ ਅਸੀਂ ਗਵਾ ਲਿਆ। ਅਸੀਂ ਕਣਕ ਦੀ ਪੈਦਾਵਾਰ ਬਹੁਤ ਕਰ ਲਈ, ਅਸੀਂ ਹਰ ਚੀਜ਼ ਦੇ ਵਿੱਚ ਕਣਕ ਜਿਹੜੀ ਹੈ ਉਹ ਵਰਤ ਰਹੇ ਹਾਂ। ਤੁਸੀਂ ਫਾਸਟ ਫੂਡ ਖਾਂਦੇ ਉਹਦੇ 'ਚ ਵੀ ਕਣਕ ਹੈ, ਬਿਸਕਿਟ ਖਾਂਦੇ ਉਹਦੇ 'ਚ ਵੀ ਕਣਕ ਹੈ, ਤੁਸੀਂ ਕੋਈ ਆਈਸਕ੍ਰੀਮ ਖਾਂਦੇ ਆ, ਕੋਈ ਵੀ ਚੀਜ਼ ਖਾਂਦੇ ਆ, ਉਹਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਕਣਕ ਜਿਹੜੀ ਹੈ ਉਹ ਮੌਜੂਦ ਰਹਿੰਦੀ ਹੈ। ਤੇ ਅੱਜ ਦੇ ਦੌਰ ਦੇ ਵਿੱਚ ਕਣਕ ਜਿਹੜੀ ਹੈ ਸਾਡੇ ਵਾਸਤੇ ਬਹੁਤ ਡੇਂਜਰਸ ਸਾਬਤ ਹੋ ਰਹੀ ਹੈ। ਲੋਕਾਂ ਨੂੰ ਡਾਇਬਟੀਜ਼ ਦੀ ਸਮੱਸਿਆ ਕਣਕ ਕਰਕੇ ਹੋ ਰਹੀ ਹੈ, ਔਰ ਥਾਇਰਾਇਡ ਦੀ ਸਮੱਸਿਆ ਕਣਕ ਕਰਕੇ ਹੋ ਰਹੀ ਹੈ। ਜਿਹੜੇ ਸਾਡੇ ਟ੍ਰੈਡੀਸ਼ਨਲ ਫੂਡ ਸੀਗੇ, ਜਿਹੜੇ ਪਹਿਲਾਂ ਲੋਕ ਖਾਂਦੇ ਸੀ, ਬਾਜਰਾ, ਮੱਕੀ ਜਾਂ ਹੋਰ ਇਸ ਤਰ੍ਹਾਂ ਦੇ ਮਿਲਟ ਸੀਗੇ, ਉਹ ਵਰਤੋਂ 'ਚ ਲਿਆਉਂਦੇ ਸੀ, ਉਹ ਅੱਜ ਕੱਲ੍ਹ ਇੱਕ ਫੈਸ਼ਨ ਹੋ ਗਿਆ ਔਰ ਇੰਨੇ ਮਹਿੰਗੇ ਹੋ ਗਏ ਕਿ ਉਹ ਮਿਲਣੇ ਬੜੇ ਔਖੇ ਹੋ ਗਏ। ਜੇ ਉਹ ਮਿਲਦੇ ਵੀ ਹੈ ਤਾਂ ਸਾਨੂੰ ਬਹੁਤੇ ਸਵਾਦ ਨਹੀਂ ਲੱਗਦੇ। ਮੈਂ ਆਪਣੇ ਪਰਿਵਾਰ 'ਚ ਕਹਿੰਦਾ ਕਿ ਮਿਕਸ ਆਟੇ ਦੀ ਰੋਟੀ ਜਿਹੜੀ ਆ ਆਪਾਂ ਬਣਾਇਆ ਕਰੀਏ, ਤਾਂ ਮੇਰੇ ਘਰ ਦੇ ਮੈਨੂੰ ਕਹਿੰਦੇ ਆ ਕਿ ਤੇਰੇ ਲਈ ਬਣਾ ਦਾਂਗੇ, ਸਾਨੂੰ ਨਾ ਮਜਬੂਰ ਕਰ। ਤਾਂ ਮੇਰੇ ਲਈ ਕਦੇ ਬੇਸਨ ਮਿਕਸ ਕਰਤਾ ਜਾਂ ਬਾਜਰੇ ਦਾ ਆਟਾ ਮਿਕਸ ਕਰਤਾ, ਮੈਨੂੰ ਤਾਂ ਬਣਾ ਦਿੰਦੇ ਆ, ਲੇਕਿਨ ਆਪ ਨਹੀਂ ਖਾਂਦੇ, ਮੇਰੇ ਬੱਚੇ ਨਹੀਂ ਖਾਂਦੇ, ਕਿਉਂਕਿ ਉਹਨਾਂ ਨੂੰ ਕਣਕ ਪਸੰਦ ਹੈ। ਤਾਂ ਕਣਕ ਤੋਂ ਸਾਨੂੰ ਕਣਕ ਦਾ ਕੁਝ ਨਾ ਕੁਝ ਬਦਲ ਸਾਨੂੰ ਜ਼ਰੂਰ ਵਰਤਣਾ ਚਾਹੀਦਾ ਹੈ। ਚਾਹੇ ਤੁਸੀਂ ਛੋਲਿਆਂ ਦਾ ਆਟਾ ਉਹਦੇ ਵਿੱਚ ਮਿਕਸ ਕਰ ਲਓ, ਚਾਹੇ ਸੋਇਆਬੀਨ ਮਿਕਸ ਕਰ ਲਓ। ਇਹ ਆਉਣ ਵਾਲੇ ਜਿਹੜਾ ਤੁਹਾਡਾ ਸਮਾਂ ਨਾ, ਅਸੀਂ ਤਾਂ ਇਸ ਏਜ ਦੇ ਵਿੱਚ ਅਜੇ ਫਿਰ ਵੀ ਚੰਗੇ ਤੁਰਦੇ ਫਿਰਦੇ ਹਾਂ। ਜਦੋਂ ਨੂੰ ਤੁਸੀਂ ਸਾਡੀ ਏਜ ਦੇ ਵਿੱਚ ਆਉਣਾ ਤਾਂ ਤੁਹਾਨੂੰ ਬਹੁਤ ਸਾਰੀਆਂ ਫਿਜ਼ੀਕਲ ਜਿਹੜੀਆਂ ਉਹ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਤੁਸੀਂ ਦੇਖ ਰਹੇ ਹੋਗੇ ਕਿ ਬਹੁਤ ਸਾਰੇ ਯੰਗ ਏਜ ਦੇ ਵਿੱਚ ਬੱਚੇ ਜਿਹੜੇ ਆ ਉਹਨਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਰਹੀ ਹੈ, ਹਾਈ BP ਦੀ ਪ੍ਰੋਬਲਮ ਆ ਰਹੀ ਹੈ। ਤਾਂ ਕਾਹਦੇ ਕਰਕੇ ਆ ਰਹੀ ਹੈ? ਸਾਡੇ ਈਟਿੰਗ ਹੈਬਿਟਸ ਇਸ ਕਿਸਮ ਦੀਆਂ ਹੋ ਗਈਆਂ, ਅਸੀਂ ਖਾਣ ਪੀਣ ਇਸ ਤਰ੍ਹਾਂ ਦਾ ਬਣਾ ਲਿਆ। ਸੋ ਚਾਹੀਦਾ ਕੀ ਹੈ ਕਿ ਸਾਡੀ ਪਰੰਪਰਾ ਦੇ ਵਿੱਚ ਜੋ ਚੰਗਾ ਸੀਗਾ ਉਹਨੂੰ ਸਾਨੂੰ ਥੋੜ੍ਹਾ ਬਹੁਤ ਨਾਲ ਅਡਾਪਟ ਕਰਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ। ਨੋ ਡਾਊਟ ਤਰੱਕੀ ਜਿਹੜੀ ਹੈ ਉਹ ਅਸੀਂ ਕਰਨੀ ਹੈ, ਲੇਕਿਨ ਤਰੱਕੀ ਦੇ ਨਾਂ 'ਤੇ ਅਸੀਂ ਜਿਹੜਾ ਉਹ ਫਾਸਟ ਫੂਡ ਯੂਜ਼ ਕਰਨਾ ਹੈ ਜਾਂ ਹੋਰ ਚੀਜ਼ਾਂ ਯੂਜ਼ ਕਰਨੀਆਂ। ਤੁਸੀਂ ਮਾਈਂਡ ਨਾ ਕਰੋ ਇਸ ਗੱਲ ਨੂੰ, ਤੁਹਾਨੂੰ 3 ਟਾਈਮ
ਜਿਹੜਾ ਖਾਣਾ ਹੈ ਘਰ ਦਾ ਉਹ ਚੰਗਾ ਨਹੀਂ ਲੱਗਦਾ। ਇੱਕ ਟਾਈਮ ਤੁਹਾਨੂੰ ਚਾਹੀਦਾ ਹੈ ਕਿ ਤੁਹਾਡੇ ਕੋਲ ਫਾਸਟ ਫੂਡ ਜ਼ਰੂਰ ਹੋਵੇ। ਇਹ ਤੁਹਾਡੀ ਪ੍ਰੋਬਲਮ ਨਹੀਂ ਰਹੀ, ਜਿਹੜੇ ਮੇਰੇ ਤੋਂ ਕੋਈ 8-10 ਸਾਲ ਛੋਟੇ ਉਹਨਾਂ ਦੀ ਪ੍ਰੋਬਲਮ ਵੀ ਹੈਗੀ ਹੈ। ਤੇ ਜੇ ਮੈਂ ਬੜਾ ਧਿਆਨ ਨਾ ਦੇਵਾਂ ਤਾਂ ਮੇਰੀ ਵੀ ਆਦਤ ਹੈਗੀ ਕਿ ਜੇ ਸਮੋਸਾ ਅੱਗੇ ਆ ਗਿਆ ਸਮੋਸਾ ਛਕ ਲਿਆ, ਜੇ ਕੋਈ ਬ੍ਰੈਡ ਪਕੌੜਾ ਆ ਗਿਆ ਬ੍ਰੈਡ ਪਕੌੜਾ ਛਕ ਲਿਆ, ਇਹ ਨਹੀਂ ਦੇਖਿਆ ਵਿੱਚ ਤੇਲ ਕਿੰਨਾ ਹੈ ਕਿੰਨਾ ਨਹੀਂ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਨੂੰ ਬਦਲਣੀਆਂ ਪੈਣਗੀਆਂ। ਇਹ ਈਕੋਸਿਸਟਮ ਅਸੀਂ ਖਰਾਬ ਹੀ ਇਸੇ ਕਰਕੇ ਕੀਤਾ ਕਿ ਅਸੀਂ ਲਾਲਚੀ ਬਹੁਤ ਹੋ ਗਏ। ਅਸੀਂ ਵੱਡੀਆਂ ਵੱਡੀਆਂ ਹਾਈਵੇਜ਼ ਬਣਾਉਣ ਵਿੱਚ ਪਿੱਛੇ, ਤੁਸੀਂ ਆਹ ਜਿਹੜੀ ਜੈਤੋ ਰੋਡ ਹੈ, ਜਦੋਂ ਇਹ ਸੜਕ ਤੋਂ ਅਸੀਂ ਜਾਂਦੇ ਹਾਂ ਕਿੰਨਾ ਸਕੂਨ ਮਿਲਦਾ ਹੈ। ਆਸੇ-ਪਾਸੇ ਦਰਖਤ ਹੈ ਤੇ ਦਰਖਤਾਂ ਦੀ ਇੱਕ ਸੁਰੰਗ ਬਣੀ ਹੋਈ ਹੈ ਜਿਹਦੇ ਵਿੱਚ ਦੀ ਕਾਰ ਜਦੋਂ ਜਾਂਦੀ ਹੈ ਇੱਕ ਵੱਖਰਾ ਸਕੂਨ ਮਿਲਦਾ ਹੈ। ਜਦੋਂ ਵੱਡੀ ਹਾਈਵੇ ਤੇ ਜਾਂਦੇ ਹਾਂ, ਆਸ-ਪਾਸ ਕੋਈ ਦਰਖਤ ਨਹੀਂ, ਵਿਚਕਾਰ ਉਹਨਾਂ ਨੇ ਇੱਕ ਛੋਟੀ ਜਿਹੀ ਹੈਜ ਜੀ ਲਾਈ ਹੈ, ਤੁਹਾਨੂੰ ਛਾਂ ਨਹੀਂ ਮਿਲਦੀ, ਤਾਂ ਤੁਸੀਂ ਤਪਦੀ ਗਰਮੀ ਦੇ ਵਿੱਚ ਜਾ ਰਹੇ ਹੋ। ਬਾਕੀ ਆਪਣਾ ਆਪਣਾ ਸੋਚਣ ਦਾ ਨਜ਼ਰੀਆ ਹੈ, ਆਪੋ ਆਪਣਾ ਸੋਚਣ ਦਾ ਢੰਗ ਹੈ। ਲੇਕਿਨ ਮੈਂ ਤੁਹਾਨੂੰ ਇਹ ਜ਼ਰੂਰ ਕਹੂੰਗਾ ਕਿ ਅਸੀਂ ਪਰੰਪਰਾ ਨਾਲ ਜੁੜ ਕੇ ਚੱਲੀਏ, ਕਿਉਂਕਿ ਪਰੰਪਰਾ ਨਾਲੋਂ ਟੁੱਟ ਕੇ ਸਾਡਾ ਜਿਉਣਾ ਸੰਭਵ ਨਹੀਂ ਹੈ। ਤਾਂ ਪਰੰਪਰਾ ਦੇ ਵਿੱਚ ਜਿਹੜੀਆਂ ਚੀਜ਼ਾਂ ਸੀਗੀਆਂ, ਮੱਕੀ ਬਾਜਰਾ, ਇਹ ਚੀਜ਼ਾਂ ਜਿਹੜੀਆਂ ਉਹ ਖਾਣੀਆਂ ਚਾਹੀਦੀਆਂ। ਸ਼ੁਕਰ ਹੈ ਤੁਸੀਂ ਉਹ ਮੱਕੀ ਨੂੰ ਹੋਰ ਰੂਪ 'ਚ ਤਾਂ ਖਾਣ ਲੱਗ ਗਏ, ਪਰ ਉਹ ਜਿਹੜੀ ਬਾਜ਼ਾਰ 'ਚੋਂ ਮਿਲਦੀ ਹੈ 200 ਰੁਪਏ ਕਿਲੋ, ਉਹਨੂੰ ਤੁਸੀਂ ਖਾਂਦੇ ਹੋ। ਉਹਨੂੰ ਤੁਸੀਂ ਨੂਡਲਸ ਵੀ ਪਾ ਲੈਂਦੇ ਹੋ, ਤੁਸੀਂ ਕੋਈ ਫਰਾਈਡ ਰਾਈਸ ਪਾਉਣਾ ਉਹਦੇ 'ਚ ਵੀ ਪਾ ਲੈਂਦੇ ਹੋ। ਤਾਂ ਇਹ ਚੀਜ਼ਾਂ ਜਿਹੜੀਆਂ ਹੈ ਉਹ ਜੋ ਨੈਚੁਰਲ ਹੈਗੀਆਂ ਉਹਨੂੰ ਵੱਧ ਤੋਂ ਵੱਧ ਯੂਜ਼ ਕਰਨ ਦੀ ਲੋੜ ਹੈ। ਜਿਹੜੀਆਂ ਪ੍ਰੋਸੈਸਡ ਹੈਗੀਆਂ ਉਹਨਾਂ ਨੂੰ ਘੱਟ ਤੋਂ ਘੱਟ ਸਾਨੂੰ ਵਰਤਣਾ ਚਾਹੀਦਾ। ਅਸੀਂ ਜਿਵੇਂ ਪੰਜਾਬ ਦੇ ਵਿੱਚ ਇੱਕ ਰੁਝਾਨ ਹੈ ਕਿ ਝੋਨਾ ਹੀ ਲਾਉਣਾ ਆਪਾਂ ਜਾਂ ਕਣਕ ਹੀ ਬੀਜਣੀ ਆ, ਬਦਲ ਕੋਈ ਨਹੀਂ ਕਰਨਾ। ਹੁਣ ਵਾਲੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਦਲ ਲੈ ਕੇ ਆਵਾਂਗੇ। ਚੰਗੀ ਗੱਲ ਹੈ, ਬਦਲ ਆਵੇ। ਤੁਹਾਨੂੰ ਪਤਾ ਹੈ ਵੀ 1 ਕਿਲੋ ਚਾਵਲ ਜਿਹੜਾ ਹੈ ਉਹ ਪੈਦਾ ਕਰਨ ਵਾਸਤੇ 4000 ਤੋਂ 5000 ਲੀਟਰ ਪਾਣੀ ਜਿਹੜਾ ਖਪਤ ਜਾਂਦਾ। ਤੁਸੀਂ ਅੰਦਾਜ਼ਾ ਲਾਓ ਵੀ 1 ਕਿਲੋ ਚਾਵਲ ਜਿਹੜੇ ਹੈ ਉਹ ਆਪਣੇ 4 ਜੀਆਂ ਦੇ ਕੰਮ ਆਉਂਦੇ ਆ, ਤੇ ਪਾਣੀ ਕਿੰਨਾ ਖਪਤ ਹੁੰਦਾ। ਤੇ ਨਾ ਹੀ ਚਾਵਲ ਸਾਡੀ ਖਾਦ ਖੁਰਾਕ ਦਾ ਹਿੱਸਾ ਹੈ, ਠੀਕ ਹੈ ਨਾ। ਅਸੀਂ ਤਾਂ ਦੂਜੇ ਅਨਾਜ ਵੀ ਖਾ ਲੈਂਦੇ ਹਾਂ, ਤੇ ਜਦੋਂ ਅਸੀਂ ਦੂਜੇ ਅਨਾਜ ਖਾ ਲੈਂਦੇ ਹਾਂ ਤਾਂ ਫਿਰ ਸਾਨੂੰ ਚਾਵਲ ਦਾ ਇੰਨਾ ਉਤਪਾਦਨ ਕਰਨ ਦੀ ਕੀ ਲੋੜ ਹੈ। ਕਾਰਨ ਸਿਰਫ ਇਹ ਹੈ ਕਿ ਬਹੁਤ ਸਾਰੀਆਂ ਕਿਸਾਨਾਂ ਦੀਆਂ ਵੀ ਸਮੱਸਿਆਵਾਂ, ਸਰਕਾਰ ਦੇ ਪੱਧਰ ਤੇ, ਯੂਨੀਵਰਸਿਟੀ ਦੇ ਪੱਧਰ ਤੇ ਇਸ ਤਰ੍ਹਾਂ ਦੀ ਕੋਈ ਸਕੀਮ ਹੋਣੀ ਚਾਹੀਦੀ ਹੈ ਜਿਹਦੇ ਨਾਲ ਜਿਹੜੀਆਂ ਚੀਜ਼ਾਂ ਉਹ ਬੀਜਣ, ਉਹ ਚੀਜ਼ਾਂ ਮਾਰਕੀਟ ਦੇ ਵਿੱਚ ਚੱਕੀਆਂ ਜਾ ਸਕਣ। ਸੋ ਇਹ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹਦੇ 'ਤੇ ਆਪਾਂ ਗੱਲ ਕਰ ਸਕਦੇ ਹਾਂ। ਸੋ ਤੁਸੀਂ ਅੱਜ ਬਹੁਤ ਖੂਬਸੂਰਤੀ ਨਾਲ ਇਸ ਸੈਮੀਨਾਰ ਨੂੰ ਅਟੈਂਡ ਕੀਤਾ। ਵੈਸੇ ਵੀ ਅਸੀਂ ਸਾਇੰਸ ਦੇ ਵਿਦਿਆਰਥੀਆਂ ਨੂੰ ਸਾਰਿਆਂ ਨਾਲੋਂ ਜ਼ਿਆਦਾ ਸਿਆਣੇ ਸਮਝ ਕੇ ਅਸੀਂ ਬੁਲਾਉਂਦੇ ਹੁੰਦੇ ਹਾਂ ਕਿ ਇਹ ਗੱਲ ਸੁਣਨਗੇ, ਅੱਗੇ ਜਾ ਕੇ ਇਹ ਗੱਲ ਫੈਲਾਉਣਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਇਹ ਗੱਲਾਂ ਜਿਹੜੀਆਂ ਇੱਥੇ ਹੁੰਦੀਆਂ ਇਹਨਾਂ ਨੂੰ ਆਪਣੇ ਪੜ੍ਹੇ ਲਿਖੇ ਜਾਂ ਅਨਪੜ੍ਹ ਮਾਂ-ਬਾਪ, ਚਾਚੇ, ਤਾਏ, ਦਾਦੇ ਇਹਨਾਂ ਨਾਲ ਸ਼ੇਅਰ ਕਰਿਆ ਕਰੋ ਕਿ ਅੱਜ ਆਹ ਗੱਲ ਹੋਈ ਸੀ, ਇਸ ਚੀਜ਼ ਦਾ ਆਹ ਹੁੰਦਾ ਹੈ। ਜਿਹੜੀ ਤੁਸੀਂ ਇੱਥੇ ਸਲਾਈਡਸ ਦੇਖੀਆਂ ਇਹਨਾਂ ਨੂੰ ਤੁਸੀਂ ਗੂਗਲ ਤੇ ਸਰਚ ਕਰੋ, ਹੋਰ ਨਵੀਂ ਜਾਣਕਾਰੀ ਹਾਸਲ ਕਰੋ ਔਰ ਆਪਣੇ ਪੇਰੈਂਟਸ ਨਾਲ ਉਹ ਸਾਂਝੀ ਕਰੋ। ਉਹਨਾਂ ਨੂੰ ਦੱਸੋ ਕਿ ਛੱਪੜ ਬਹੁਤ ਮਹੱਤਵਪੂਰਨ ਹੈ, ਉਹਨਾਂ ਨੂੰ ਦੱਸੋ ਕਿ ਸਰੋਵਰ ਬਹੁਤ ਮਹੱਤਵਪੂਰਨ ਹੈ। ਇੱਕ ਘਰ ਦੇ ਵਿੱਚ ਮੇਰੇ ਨੂੰਹ ਸੀਗੇ, ਉਹਨਾਂ ਦਾ ਘਰ ਨੀਵਾਂ ਹੋ ਗਿਆ, ਤਾਂ ਉਹਨੂੰ ਕਿਸੇ ਬੰਦੇ ਨੇ ਰਾਏ ਦਿੱਤੀ ਕਿ ਘਰ ਨੂੰ ਉੱਚਾ ਚੱਕਣ ਦੀ ਕੋਈ ਲੋੜ ਨਹੀਂ, ਤੁਹਾਨੂੰ ਮੈਂ ਇੱਕ ਸਿਸਟਮ ਬਣਾ ਕੇ ਦਿੰਦਾ। ਉਹਨੇ ਕੀ ਕੀਤਾ, ਇੱਕ ਅਬਾਊਟ 2.5 ਫੁੱਟ ਦੇ ਰੇਡੀਅਸ ਦਾ ਇੱਕ ਜਿਹੜਾ ਖੂਹ ਬਣਾਤਾ ਪੱਕਾ ਕਰਕੇ, ਥੱਲੇ ਉਹਦੇ ਕੁਝ ਗਲੇ ਜਿਹੜੇ ਆ ਤੇ ਕੁਝ ਚੂਨਾ ਵਗੈਰਾ ਸਿੱਟਤਾ, ਉਹਦੇ ਉੱਪਰ ਇੱਕ ਢੱਕਣ ਲਾ ਵੀ ਜਦੋਂ ਬਾਰਿਸ਼ ਆਵੇ ਤੁਹਾਡੇ ਵਿਹੜੇ 'ਚ ਪਾਣੀ ਨਿਕਲੂਗਾ, ਤੁਸੀਂ ਢੱਕਣ ਚੱਕ ਲਓ, ਉਹ ਸਾਰਾ ਪਾਣੀ ਥੱਲੇ ਚਲਾ ਜਾਂਦਾ ਸੀ। ਮਤਲਬ ਕਿ ਮੀਂਹ ਦਾ ਪਾਣੀ, ਇੰਨਾ ਵਧੀਆ ਪਾਣੀ ਜਿਹੜਾ ਹੈ ਉਹ ਸੀਪੇਜ ਹੋ ਜਾਂਦੀ ਸੀ। ਸੀਪੇਜ ਹੋਣ ਨਾਲ ਉਹ ਪਾਣੀ ਵੇਸਟ ਵੀ ਨਹੀਂ ਸੀ ਹੁੰਦਾ ਤੇ ਉਹਨਾਂ ਨੂੰ ਸਮੱਸਿਆ ਵੀ ਜਿਹੜੀ ਹੈ ਉਹ ਨਹੀਂ ਸੀ ਆਉਂਦੀ। ਤੁਸੀਂ ਦੇਖਿਆ ਹੋਣਾ ਕਿ ਜਿਹੜੇ ਨਹਿਰਾਂ ਦੇ ਆਲੇ ਦੁਆਲੇ ਨਲਕੇ ਲੱਗੇ ਹੁੰਦੇ ਆ ਉਹਨਾਂ ਦਾ ਪਾਣੀ ਚੰਗਾ ਕਿਉਂ ਹੁੰਦਾ, ਕਿਉਂਕਿ ਨਹਿਰਾਂ ਦੇ ਪਾਣੀ ਦੀ ਸੀਪੇਜ ਹੁੰਦੀ ਰਹਿੰਦੀ ਹੈ ਜ਼ਮੀਨ 'ਚ, ਉੱਥੇ ਉਹ ਨਲਕੇ ਲੱਗੇ ਹੁੰਦੇ ਆ। ਤੇ ਜਿਵੇਂ ਅੱਗੇ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਕਿ ਜਿਹੜਾ ਇੰਡਸਟਰੀਜ਼ ਦਾ ਪਾਣੀ ਜਦੋਂ ਅਸੀਂ ਇਸ ਤਰ੍ਹਾਂ ਪਾਵਾਂਗੇ ਤਾਂ ਉਹਦੇ ਨਾਲ ਸਾਡਾ ਜਿਹੜਾ ਗਰਾਊਂਡ ਵਾਟਰ ਹੈ ਉਹਨੇ ਖਰਾਬ ਹੋਣਾ ਹੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕਰਨ ਦਾ ਮਕਸਦ ਇਹ ਹੈ ਕਿ ਤੁਸੀਂ ਆਮ ਲੋਕਾਂ 'ਚ ਜਦੋਂ ਕਿਤੇ ਬੈਠਦੇ ਹੋ, ਕਿਸੇ ਸੱਥ 'ਚ ਖੜ੍ਹਦੇ ਹੋ, ਉੱਥੇ ਇਸ ਗੱਲ ਦੀ ਚਰਚਾ ਕਰੋ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆ ਸਕੇ। ਇੰਨੇ ਸ਼ਬਦਾਂ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਅਧਿਆਪਕ ਸਹਿਬਾਨ ਇੱਥੇ ਸ਼ਾਮਲ ਹੋਏ ਉਹਨਾਂ ਦਾ ਵੀ ਧੰਨਵਾਦ ਔਰ ਸਾਰੇ ਵਿਦਿਆਰਥੀਆਂ ਦਾ ਧੰਨਵਾਦ। ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸੋ ਮਚ ਸਰ। ਉਮੀਦ ਕਰਦੀ ਹਾਂ ਮੈਂ ਕਿ ਇੱਥੇ ਬੈਠੇ ਸਾਰੇ ਹੀ ਵਿਦਿਆਰਥੀ ਈਵਨ ਇਨਕਲੂਡਿੰਗ ਮੀ ਆਲਸੋ ਕਿ ਅਸੀਂ ਸਾਰੇ ਜੋ ਗੱਲਾਂ ਇੱਥੇ ਸੁਣੀਆਂ ਉਹਨਾਂ ਨੂੰ ਸਿਰਫ ਸੁਣ ਕੇ ਇੱਥੇ ਹੀ ਨਾ ਛੱਡੀਏ, ਇਹਨਾਂ ਨੂੰ ਆਪਣੀ ਲਾਈਫ ਦੇ ਅੰਦਰ ਇਨਕਲਕੇਟ ਜ਼ਰੂਰ ਕਰੀਏ। ਕਿਉਂ ਬਣ ਕੇ ਜੱਲਾਦ ਤੂੰ ਜੰਗਲ ਕੱਟੇ, ਰੁੱਖ ਕੱਟੇ ਤੂੰ ਸਾਰੇ, ਜਿਨ੍ਹਾਂ ਨਾਲ ਹੈ ਜੀਵਨ ਤੇਰਾ ਰੋਂਦੇ ਪੰਛੀ ਪਿਆਰੇ। ਕਿਉਂ ਜੰਗਲ ਕੱਟ ਕੇ ਸ਼ਮਸ਼ਾਨ ਬਣਾਵੇਂ, ਕੁਝ ਤਾਂ ਸੋਚ ਵਿਚਾਰ ਕਰ, ਤੂੰ ਵੀ ਆਪਣੇ ਸਾਹਾਂ ਵਾਂਗੂ ਕੁਦਰਤ ਦੇ ਨਾਲ ਪਿਆਰ ਕਰ, ਕੁਦਰਤ ਦੇ ਨਾਲ ਪਿਆਰ। ਅੰਤ ਵਿੱਚ ਇੱਥੇ ਪਹੁੰਚੇ ਇਸ ਵਿਚਾਰ ਚਰਚਾ ਦਾ ਹਿੱਸਾ ਬਣੇ ਈਚ ਐਂਡ ਐਵਰੀ ਪਰਸਨ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ ਤੱਗੜ ਜਿਨ੍ਹਾਂ ਨੇ ਇਹ ਮੌਕਾ ਸਾਨੂੰ ਦਿੱਤਾ ਕਿ ਅਸੀਂ ਇਹ ਇੰਟਰੈਕਸ਼ਨ ਕਰਵਾਈਏ। ਇਸ ਪ੍ਰੋਗਰਾਮ ਦੇ ਕਨਵੀਨਰ ਇੰਜੀਨੀਅਰ ਅਰਸ਼ਦੀਪ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਪ੍ਰੋਗਰਾਮ ਨੂੰ ਉਲੀਕਿਆ, ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ। ਸਪੀਕਰਸ ਡਾਕਟਰ ਸਮਰਾਟ ਖੰਨਾ, ਡਾਕਟਰ ਸੁਭਾਸ਼ ਚੰਦਰ, ਬੜੇ ਬਿਊਟੀਫੁਲ ਵਰਡਸ ਦੇ ਵਿੱਚ ਉਹਨਾਂ ਨੇ ਸਾਨੂੰ ਉਹ ਗੱਲਾਂ ਸਮਝਾਈਆਂ ਜਿਹੜੀਆਂ ਸ਼ਾਇਦ ਤੁਹਾਨੂੰ ਪਹਿਲੇ ਤੋਂ ਪਤਾ ਵੀ ਸੀ, ਬਟ ਜਦੋਂ ਅਸੀਂ ਵਾਰ-ਵਾਰ ਉਹ ਚੀਜ਼ਾਂ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੇ ਬ੍ਰੇਨ 'ਤੇ ਅਸਰ ਜ਼ਰੂਰ ਕਰਦੀਆਂ ਨੇ। ਅਤੇ ਇਸ ਇਵੈਂਟ ਦਾ ਹਿੱਸਾ ਬਣੇ ਪ੍ਰੋਫੈਸਰ ਸ਼ਿਲਪਾ ਕਾਂਸਲ, ਮੀਨਾਕਸ਼ੀ ਮੈਮ, ਭਵਨ ਮੈਮ, ਮਨਦੀਪ ਮੈਮ ਦਾ ਵੀ ਮੈਂ ਖਾਸ ਤੌਰ 'ਤੇ ਧੰਨਵਾਦ ਕਰਦੀ ਹਾਂ। ਅਤੇ ਇੱਥੇ ਪਹੁੰਚੇ ਹਰ ਇੱਕ ਵਿਦਿਆਰਥੀ ਦਾ, ਹਰ ਇੱਕ ਅਧਿਆਪਕ ਦਾ ਤਹਿ ਦਿਲੋਂ ਧੰਨਵਾਦ। ਤੇ ਜਿਵੇਂ ਅਸੀਂ ਆਪਣੇ ਹਰ ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗਾਨ ਦੇ ਨਾਲ ਕਰਦੇ ਹਾਂ, ਮੇਰੀ ਸਭ ਨੂੰ ਗੁਜ਼ਾਰਿਸ਼ ਹੈ ਕਿ ਨੈਸ਼ਨਲ